ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਿਓ ਜਾਚ ਕੇ ਸਰਨਾ ਮਿਲੈ ਦਾਨ ਸੰਤ ਰੇਨ, ਜੇ ਲਾਗ ਭੌਜਲ ਤਰਨਾ ਬਿਨਤ ਕਰੋ ਅਰਦਾਸ, ਸੁਨਹੁ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ, ਭਗਤ ਇਹੋ ਮਨ ਠਹਿਰਾਵੈ, ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ, ਆਤ ਸਾਹੁ ਸਿਰ ਸਾਹਾਂ ਦੈ ਸਾਹੁ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਘਰ ਪਹਿਲਾ ਅਸ਼ਟਪਦੀਆ ਚੌਤੁਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੁਬਿਧਾ ਨਾ ਪੜਾਓ, ਹਰ ਬਿਨ ਹੋਰ ਨਾ ਪੂਜਾਓ, ਮੜਾ ਮਸਾਣ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ 부ਝਾਈ, ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਣ ਨਾ ਜਾਈ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਵਾਜ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਅੰਮ੍ਰਿਤ ਸਰੋਵਰ ਦੇ ਅੰਦਰ ਇਸ਼ਨਾਨ ਕਰਨ ਦਾ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਜੋਗੋ ਜੋਗਾ ਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅੱਜ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਦਰ ਘਰ ਤੋਂ ਇਹ ਮਹਾਨ ਬਖਸ਼ਿਸ਼ ਹੋਈ ਹੈ, ਜੋ ਸ਼੍ਰੀ ਮੁਖਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪਾਂ ਸਰਵਣ ਕਰੀਏ। ਸੋਰਠ ਰਾਗ ਦੇ ਅੰਦਰ ਅਸ਼ਟਪਦੀਆਂ ਬਾਣੀ ਪ੍ਰਾਰੰਭ ਹੋ ਰਹੀ ਹੈ। ਇਸ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ, ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਸੰਪੂਰਨਤਾ ਹੋਈ ਹੈ ਸ਼ਬਦਾਂ ਦੁਆਰਾ। ਇਸ ਤੋਂ ਅੱਗੇ ਅਸ਼ਟਪਦੀਆਂ ਦੀ ਪ੍ਰਾਰੰਭਤਾ ਹੋ ਰਹੀ ਹੈ ਔਰ ਅਸ਼ਟਪਦੀਆਂ ਤੋਂ ਪਹਿਲਾਂ 139 ਸ਼ਬਦ ਸੰਪੂਰਨ ਹੋਏ ਹਨ। ਇਸ ਤੋਂ ਅੱਗੇ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ
ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਅਸ਼ਟਪਦੀਆਂ ਪ੍ਰਾਰੰਭ ਹੋ ਰਹੀਆਂ ਹਨ ਔਰ ਇਸ ਅਸ਼ਟਪਦੀਆਂ ਦੀਆਂ ਜਿੱਥੇ 8 ਪੌੜੀਆਂ ਹਨ ਉੱਥੇ ਚੌ-ਤੁਕੀ ਸ਼ਬਦ ਦਾ ਭਾਵ ਹੈ ਚੌਂ ਤੁਕਾਂ ਵਾਲੀ ਇੱਕ ਪੌੜੀ ਹੈ। ਇਸ ਕਰਕੇ ਇਸ ਦਾ ਸਿਰਲੇਖ ਚੌ-ਤੁਕੀ ਕਰਕੇ ਸਤਿਗੁਰਾਂ ਨੇ ਆਪ ਅੰਕਿਤ ਕੀਤਾ ਹੈ। ਇਸ ਅਸ਼ਟਪਦੀ ਦੀ ਉਥਾਨਕਾ ਹੈ ਜਿਸ ਵਕਤ ਜੀਵਾਂ ਦਾ ਉਧਾਰ ਕਰਦੇ ਹੋਏ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚੌਂ ਕੁੰਟਾਂ ਨੂੰ ਤਾਰਦੇ ਹੋਏ ਸੱਚੇ ਪਾਤਸ਼ਾਹ ਮਾਤਾ ਤ੍ਰਿਪਤਾ ਜੀ ਨੇ ਬਹੁਤ ਬਿਰਹੋਂ ਭਰੀਆਂ ਬੇਨਤੀਆਂ ਹਿਰਦੇ ਦੇ ਅੰਦਰ ਕੀਤੀਆਂ ਤਾਂ ਸਤਿਗੁਰੂ ਮਹਾਰਾਜ ਜੀ ਮਾਤਾ ਪਿਤਾ ਜੀ ਨੂੰ ਅਤੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਦੁਬਾਰਾ ਆਪਣੀ ਪਾਵਨ ਪਵਿੱਤਰ ਪ੍ਰਕਾਸ਼ ਭੂਮੀ ਸ੍ਰੀ ਨਨਕਾਣਾ ਸਾਹਿਬ ਸਤਿਗੁਰੂ ਜੀ ਪਹੁੰਚੇ ਹੈ। ਮਾਤਾ ਜੀ ਨੇ ਵੀ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਪਿਤਾ ਜੀ ਨੇ ਵੀ, ਭਾਈ ਰਾਏ ਬੁਲਾਰ ਨੇ ਅਤੇ ਹੋਰ ਅਨੰਨ ਗੁਰਸਿੱਖ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਦਰਸ਼ਨ ਕਰਨ ਵਾਸਤੇ ਆਉਣ ਲੱਗੀਆਂ ਤਾਂ ਨਨਕਾਣਾ ਸਾਹਿਬ ਵਿਖੇ ਵੈਰਾਗੀ ਜਮਾਤ ਸਾਧੂਆਂ ਦੀ ਇੱਥੇ ਆ ਕੇ ਉਤਰੀ ਹੈ। ਇਹਨਾਂ ਨੂੰ ਪਤਾ ਲੱਗਾ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆਏ ਹੈ ਤਾਂ ਵੈਰਾਗੀ ਜਮਾਤ ਦਾ ਜੋ ਮੁਖੀ ਮਹੰਤ ਸੀ ਉਹ ਆਪਣੇ ਨਾਲ ਸਾਧੂਆਂ ਨੂੰ ਨਾਲ ਲੈ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਦਰਸ਼ਨ ਕਰਨ ਆਇਆ। ਨਮਸਕਾਰ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਜਿੰਨਾ ਚਿਰ ਬੰਦਾ ਕਰਮ ਕਾਂਡ ਨਹੀਂ ਕਰਦਾ ਉਨਾ ਚਿਰ ਅੰਤःਕਰਣ ਦੀ ਸ਼ੁੱਧੀ ਨਹੀਂ ਹੁੰਦੀ। ਵੇਦਾਂ ਨੇ ਪਰਮਾਰਥ ਮਾਰਗ ਦੇ 3 ਸਾਧਨ ਦੱਸੇ ਆ, ਕਰਮ, ਉਪਾਸਨਾ ਔਰ ਗਿਆਨ। ਕਿ ਪਹਿਲਾ ਬੰਦਾ ਨਿਸ਼ਕਾਮ ਕਰਮ ਕਰੇ, ਨਿਸ਼ਕਾਮ ਕਰਦਿਆਂ ਕਰਦਿਆਂ ਅੰਤःਕਰਣ ਦੀ ਸ਼ੁੱਧੀ ਹੋਏਗੀ, ਫਿਰ ਉਪਾਸਨਾ ਭਗਤੀ ਕਰੇਗਾ, ਫਿਰ ਗਿਆਨ ਹੋਏਗਾ, ਫਿਰ ਮੋਕਸ਼ ਨੂੰ ਪ੍ਰਾਪਤ ਕਰੇਗਾ। ਤੁਸੀਂ ਨਾਮ ਦਾ ਹੀ ਉਪਦੇਸ਼ ਦਿੰਦੇ ਹੋ, ਕਰਮ ਕਾਂਡ ਕਰਨ ਵਾਸਤੇ ਆਪਣੇ ਸੇਵਕਾਂ ਨੂੰ, ਸੰਗਤਾਂ ਨੂੰ ਕਰਮ ਕਾਂਡ ਦੇ ਵਿੱਚ ਵੀ ਜ਼ਰੂਰ ਲਾਉਣਾ ਕਰੋ। ਜਿਵੇਂ ਜੋਗੀ ਲੋਕਾਂ ਨੇ ਮੜੇ ਮੱਠ ਬਣਾਏ ਹੁੰਦੇ ਆ ਸਾਧਨਾ ਕਰਨ ਵਾਸਤੇ ਔਰ ਉੱਥੇ ਲੋਕ ਰਹਿ ਰਹਿ ਕੇ ਸੇਵਾ ਵੀ ਕਰਦੇ ਆ, ਨਿਸ਼ਕਾਮ ਕਰਮ ਵੀ ਕਰਦੇ ਆ। ਇਸ ਕਰਕੇ ਕਰਮਾਂ ਦੇ ਵਿੱਚ ਸਾਰਿਆਂ ਨੂੰ ਪ੍ਰਵਿਰਤ ਕਰਨਾ ਕਰੋ, ਲਾਉਣਾ ਕਰੋ। ਕਰਮ ਕਾਂਡ ਤੋਂ ਬਿਨਾ ਹਿਰਦਾ ਸ਼ੁੱਧ ਨਹੀਂ ਹੋਏਗਾ ਔਰ ਫਿਰ ਭਗਤੀ ਨਹੀਂ ਹੋਏਗੀ। ਭਗਤੀ ਤੋਂ ਬਿਨਾ ਗਿਆਨ ਨਹੀਂ, ਗਿਆਨ ਤੋਂ ਬਿਨਾ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਤਾਂ ਉਸ ਵਕਤ ਫਿਰ ਸਤਿਗੁਰੂ ਜੀ ਨੇ ਉਸ ਨੇ ਜੋ ਸ਼ੰਕਾ ਕੀਤੀ, ਸਵਾਲ ਕੀਤਾ, ਉਸ ਦਾ ਉੱਤਰ ਇਸ ਅਸ਼ਟਪਦੀ ਬਾਣੀ ਨੂੰ ਉਚਾਰਨ ਕਰਕੇ ਸਤਿਗੁਰੂ ਜੀ ਨੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਉਸ ਵੈਰਾਗੀ ਸੰਤ ਦੀ ਆਪ ਜੀ ਨੇ ਕਿਰਪਾ ਕਰਕੇ ਉਸ ਦੀ ਸ਼ੰਕਾ ਮੇਟਣਾ ਕੀਤੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਇਹ ਸ਼ਬਦ ਦੀ ਉਥਾਨਕਾ ਇਸ ਤਰ੍ਹਾਂ ਲਿਖੀ ਹੈ ਕਿ ਜਸ ਰਾਮ ਨਾਮਕ ਬ੍ਰਾਹਮਣ ਸਤਿਗੁਰੂ ਜੀ ਦੇ ਪਾਸ ਆਇਆ ਔਰ ਹਉਮੈ ਦੇ ਸੰਯੁਕਤ ਹੋ ਕੇ ਉਸ ਨੇ ਬੇਨਤੀ ਕੀਤੀ ਕਿ ਮੈਂ ਬੜੇ ਮੰਤਰ ਜਪੇ ਹੈ, ਬੜੀ ਸਾਧਨਾ ਕੀਤੀ ਹੈ, ਬੜੇ ਕਰਮ ਕੀਤੇ ਹਨ। ਤਾਂ ਸਤਿਗੁਰੂ ਜੀ ਉਸ ਦੀ ਹਉਮੈ ਵਾਲੀ ਜਿਹੜੀ ਬੁੱਧੀ ਨੂੰ ਵੇਖ ਕੇ ਉਸ ਦੀ ਹਉਮੈ ਨੂੰ ਨਿਵਰਤ ਕਰਨ ਵਾਸਤੇ ਨਾਮ ਨੂੰ ਸੰਸਾਰ ਦੇ ਅੰਦਰ
ਸਭ ਤੋਂ ਉੱਤਮ ਦਰਜਾ ਦਿੰਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਸੋ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਅੱਜ ਦੇ ਸ੍ਰੀ ਮੁਖਵਾਕ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਹਨ, ਉਹਨਾਂ ਦੀ ਕਥਾ ਆਪ ਸੰਗਤ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਘਰ ਪਹਿਲਾ ਅਸ਼ਟਪਦੀਆ ਚੌਤੁਕੀ। ਸੋਰਠ ਰਾਗਣੀ ਅੰਦਰ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਪਹਿਲੇ ਘਰ ਸੁਰਤਾਲ ਦੇ ਅੰਦਰ ਇਹ ਅਸ਼ਟਪਦੀਆਂ ਬਾਣੀ ਉਚਾਰਨ ਕਰ ਰਹੇ ਹਨ। 8-8 ਪੌੜੀਆਂ ਵਾਲੇ ਇਹ 8 ਪਾਵਨ ਅਸ਼ਟਪਦੀਆਂ ਹਨ। ਜਿੱਥੇ ਅਸ਼ਟਪਦੀ ਸ਼ਬਦ ਆ ਜਾਂਦਾ ਹੈ ਉੱਥੇ ਉਸ ਦਾ ਭਾਵ ਹੁੰਦਾ ਕਿ 8-8 ਪੌੜੀਆਂ ਵਾਲੇ ਸ਼ਬਦ ਇਸ ਤੋਂ ਅੱਗੇ ਆਉਣਗੇ। ਔਰ ਇਹਨਾਂ 8-8 ਪੌੜੀਆਂ ਦੀਆਂ ਚੌਤੁਕੀ 4-4 ਤੁਕਾਂ ਹੋਣਗੀਆਂ। ਇਹ ਪਾਵਨ ਸਤਿਗੁਰੂ ਜੀ ਅਸ਼ਟਪਦੀ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਇਹ ਵਸਤੂ ਨਿਰਦੇਸ਼ ਮੰਗਲ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿਸ਼ੇਸ਼ ਗੁਣਾਂ ਦਾ ਵਰਣਨ, ਉਸ ਦੇ ਸਰੂਪ ਦਾ ਵਰਣਨ, ਜਿਸ ਨੂੰ ਸਤ ਚਿਤ ਆਨੰਦ ਕਿਹਾ ਜਾਂਦਾ ਹੈ। ਇਸ ਮੰਗਲਾ ਚਰਨ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜਾਓ। ਸਤਿਗੁਰੂ ਜੀ ਫਰਮਾਨ ਕਰਦੇ ਕਿ ਦੁਬਿਧਾ ਨਾ ਪੜੋ। ਦੁਬਿਧਾ ਦੇ ਵਿੱਚ ਨਹੀਂ ਪੈਣਾ। ਦੁਬਿਧਾ ਦਾ ਮਤਲਬ ਹੁੰਦਾ ਦੁਚਿੱਤਾਪਣ। ਆਹ ਕੰਮ ਕਰੀਏ, ਆਹ ਨਾ ਕਰੀਏ, ਗੁਰਦੁਆਰੇ ਜਾਈਏ ਨਾ ਜਾਈਏ, ਸੰਗਤ ਕਰੀਏ ਨਾ ਕਰੀਏ, ਬਾਣੀ ਪੜ੍ਹੀਏ ਜਾਂ ਸੇਵਾ ਕਰੀਏ। ਦੁਬਿਧਾ ਦੇ ਵਿੱਚ ਮਨ ਨੇ ਪਏ ਰਹਿਣਾ ਸਦਾ ਵਾਸਤੇ। ਜਿਹੜਾ ਵਿਅਕਤੀ ਦੁਬਿਧਾ ਦੇ ਵਿੱਚ ਪਿਆ ਰਹਿੰਦਾ ਉਹ ਕਦੇ ਕਿਸੇ ਟਿਕਾਣੇ ਤੇ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ, ਉੱਪੜ ਨਹੀਂ ਸਕਦਾ। ਦੁਬਿਧਾ ਨਾ ਪੜੋ ਇਨ ਦੁਬਿਧਾ ਕਰ ਬਹੁਤੇ ਗਾਲੇ, RAM ਭਗਤ ਹੈ ਸਦਾ ਸੁਖਾਲੇ। ਇੱਕ ਨਿਰਣਾ, ਇੱਕ ਫੈਸਲਾ ਭਗਤਾਂ ਨੇ ਲੈ ਕੇ ਵਾਹਿਗੁਰੂ ਦੀ ਬੰਦਗੀ ਕੀਤੀ ਤੇ ਲੋਕ ਅਤੇ ਪਰਲੋਕ ਉਹਨਾਂ ਦਾ ਸੁਹੇਲਾ ਹੋ ਗਿਆ, ਸੁਖੀ ਹੋ ਗਿਆ। ਇਸ ਕਰਕੇ ਦੁਬਿਧਾ ਦੇ ਵਿੱਚ ਨਹੀਂ ਪੈਣਾ। ਜਾਂ ਜਿਹੜੀ ਪੜ੍ਹਾਈ, ਜਿਹੜਾ ਗਿਆਨ ਦੁਬਿਧਾ ਨੂੰ ਪੈਦਾ ਕਰਨ ਵਾਲਾ ਹੈ, ਉਸ ਦੇ ਵਿੱਚ ਵੀ ਪ੍ਰਵਿਰਤ ਨਹੀਂ ਕਦੇ ਵਾਸਤੇ ਹੋਣਾ। ਜਿਹੜੀ ਵਿਚਾਰ ਤੁਹਾਡੇ ਅੰਦਰ ਦੁਬਿਧਾ ਪੈਦਾ ਕਰ ਰਹੀ ਹੈ, ਸ਼ੰਕਾ ਪੈਦਾ ਕਰ ਰਹੀ ਹੈ, ਉਸ ਨੂੰ ਕਦੇ ਵਾਸਤੇ ਵੀ ਨਾ ਪੜ੍ਹਨਾ ਕਰ। ਹਰ ਬਿਨ ਹੋਰ ਨਾ ਪੂਜੋ। ਹਰੀ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ। ਮਹਾਰਾਜ ਕਹਿੰਦੇ ਐ ਸੰਤ ਜੀ, ਸਾਡੇ ਗੁਰਸਿੱਖੀ ਧਰਮ ਦੇ ਅੰਦਰ ਜਿਹੜਾ ਕਰਮ ਦੁਬਿਧਾ ਪੈਦਾ ਕਰਨ ਵਾਲਾ ਹੈ ਉਸ ਨੂੰ ਕਰਨ ਦੀ ਆਗਿਆ ਹੀ ਨਹੀਂ ਕੀਤੀ ਜਾਂਦੀ ਹੈ। ਜਿਹੜੀ ਮੜੀਆਂ ਮਸਾਣਾਂ ਦੀ ਪੂਜਾ ਇਹ ਦੁਬਿਧਾ ਪੈਦਾ ਕਰਦੀ ਹੈ ਮਨ ਵਿੱਚ। ਪਰਮੇਸ਼ਰ ਦੇ ਬਰਾਬਰ ਮੜੀਆਂ ਮਸਾਣਾਂ ਦੀ ਇੱਕ ਸ਼ਕਤੀ ਨੂੰ ਪੈਦਾ ਕਰ ਲੈਣਾ, ਸਥਾਪਿਤ ਕਰ ਲੈਣਾ, ਮੰਨ ਲੈਣਾ ਕਿ ਇਹ ਵੀ ਇੱਕ ਸ਼ਕਤੀ ਹੈ, ਇਹ ਵੀ ਸ਼ਕਤੀ ਦੇ ਥਾਂ ਹਨ। ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਫਿਰ ਮਨ ਦੇ ਵਿੱਚ ਇਹ ਦੁਬਿਧਾ ਪੈਦਾ ਹੋ ਜਾਂਦੀ ਹੈ ਵੀ ਸ਼ਾਇਦ ਇੱਥੋਂ ਵੀ ਕੁਝ ਪ੍ਰਾਪਤ ਹੋ ਜਾਏਗਾ ਮੈਨੂੰ। ਇਸ ਕਰਕੇ ਜਿਹੜੀ ਪੂਜਾ, ਜਿਹੜਾ ਕਰਮ, ਜਿਹੜਾ ਪਾਠ, ਜਿਹੜਾ ਸਾਧਨ ਦੁਬਿਧਾ ਨੂੰ ਜਨਮ ਦਿੰਦਾ ਹੈ ਉਹ ਸਾਡੇ ਵਿੱਚ ਨਹੀਂ ਪੜਾਇਆ ਜਾਂਦਾ, ਸਾਡੇ ਵਿੱਚ ਮਹਾਰਾਜ ਕਹਿੰਦੇ ਪ੍ਰਵਿਰਤ ਨਹੀਂ ਕੀਤਾ ਜਾਂਦਾ। ਇਸ ਕਰਕੇ ਦੁਬਿਧਾ ਦੇ ਵਿੱਚ ਨਹੀਂ ਕਦੇ ਪੈਣਾ।
बहुत गुर इतिहास के प्रसंग हैं, समा बहुत संखेप है, इस करके अज शब्द की भी लम्मी विचार है। सो साध संगत जी महाराज कहते दुविधा दे विच नहीं पैना ते हरि वाहिगुरू परमेश्वर तो बिना होर किसी दी असी पूजा नहीं करते। दुविधा दे विच पै के कोई भी ऐसा कर्म कांड नहीं करते हाँ जिस नाल मन दे विच वाहिगुरू प्रति कोई शंका जां मन दे विच चित्तापन पैदा हुंदा होवे। इस करके हरि तो बिना पूजा अकाल की, परचा शब्द का, दीदार खालसे का, यह सिद्धांत है गुरसिੱਖੀ धर्म के अंदर। ता महाराज कहते भी जेड़ा हरि वाहिगुरू तो बिना होर किसी की पूजा नहीं करता वो कदे वास्ते दुविधा दे विच नहीं पैंदा है। मड़ा मसान ना जाई, और मड़ियां दी पूजा करनी, मसाना दे विच जाना। मड़ियां मुसलमानां दियां हुंदियां जिथे मुर्दियां नूं पक्कियां कबरां दे विच बना के दबाया जांदा, भाव जिथे पक्कियां कबरां बनाईयां जांदियां उस नूं मड़ियां कहा जांदा है। जिथे मुर्दियां नूं साड़िया जांदा उस नूं मसान भूमिका कहा जांदा है। हिंदुआं नूं साड़िया जांदा, मुसलमानां नूं दबिया जांदा है। इस करके कई लोग एक मड़ियन व कबरन जाही दूहन मैं परमेश्वर नाही। धन गुरु गोबिंद सिंह साहब जी कहते एक वो जीव भुल्लण अज्ञानी हन ਜਿਹੜੇ ਮੜੀਆਂ ਦੇ ਵਿੱਚ ਜਾ ਜਾ ਕੇ ਦੀਵੇ ਜਗਾਉਂਦੇ ਆ, ਮੜੀਆਂ ਦੀ ਪੂਜਾ ਕਰਦੇ ਆ। ਇੱਕ ਮਸਾਣਾ ਦੇ ਵਿੱਚ ਜਾ ਜਾ ਕੇ ਮਸਾਣਾ ਕੱਚੀਆਂ ਮੜੀਆਂ ਪੱਕੀਆਂ ਇਉਂ ਉਹਨਾਂ ਦੀ ਪੂਜਾ ਕਰਨੀ, ਮੜੀਆਂ ਔਰ ਕਬਰਾਂ ਦੀ ਪੂਜਾ ਕਰਨੀ। ਮੜੀਆਂ ਕਬਰਾਂ ਇੱਕੋ ਹੀ ਗੱਲ ਹੈ। ਮਸਾਨ ਭੂਮਿਕਾ ਦੇ ਵਿੱਚ ਵੀ ਕਈ ਲੋਕ ਤੁਰੇ ਫਿਰਦੇ ਆ। और इस तो भाव सतगुरु महाराज जी ने यह भी दिता है कि किरतम की पूजा कदे वास्ते नहीं करनी। जागत जोत जपै निसबासर एक बिना मन एक नान है। पूर्ण प्रेम प्रतीत सजै ब्रत गोर मड़ी मठ भूल ना मानै मेरा सिख। मड़ियां नूं मठां नूं भुल करके भी कदे मन्नेगा नहीं, किसी तरह के बरत नहीं रखेगा, इन्हां सारियां तो निर्लेप रहेगा। साध संगत जी परमेश्वर की पूजा नूं छड्ड के ना जेड़ा मड़ियां ते मसाणां की पूजा करदा ना उन्हां दियां रूहां फिर मड़ियां दे विच ते मसाणां दे विच ही भटकदियां रह जांदियां। वो मुक्त नहीं हो सकते कदे वास्ते। वो उत्थे ही भूतने बन के तुरे फिरदे, उन्हां दियां रूहां उत्थे ही भटकदियां रह जांदियां हन। गुरबाणी दा फरमान है जेही सुरत ते है राहे जाए। ਜਿਹੋ जी सुरत परपक्क हो जाती है जीव की उस रस्ते नूं जीव मात लोक तो परलोक नूं तुर जांदा। सुरत कर्म नाल परपक्क हुंदी है। ਜਿਹੋ जे कर्म करोगे ओहो जी सुरत तुहाडी बन जाती है, सुभाव बन जाता। अंतःकरण दे अंदर वो विचार वो ख्याल उकरे जाते हैं परपक्क रूप दे विच। जे अकाल पुरख की उपासना करोगे, गुरु की उपासना करोगे, फिर गुरु के चरणों च वासा मिलेगा। ये सारा खुलासा भगत त्रिलोचन जी ने गूजरी राग की भगतमानी दे विच दिता ही है ना। अंतकाल जो लक्ष्मी सिमरै ऐसी चिंता मैं जे मरै सर्प जोन बल बल अवतारै। ये सारे शब्द दे विच वो सारा ही वर्णन उन्होंने करके दसिया। इस करके हरि तो बिना दुविधा दे विच पै के होर किसी की पूजा नहीं करनी। महाराज कहंदे साडे सिख ना तो मड़ियां की पूजा मठां की पूजा भी नहीं करते। जाके जोगी लोग मठां विच रहिंदे सन
जोगियां दी मठां दी पूजा करो, ना मसान भूमिका दी विच जाके पूजा करते हैं। और अजकल तुसी देख लो सिखां दे विच भी ये वादी बहुत भैड़ी प्रचलित हो गई है। खास करके दुआबे विच तुसी वेखो ना जाके, जठेरियां दी थां जगह बहुत उच्चियां उच्चियां बनाईयां हुईयां हन लोगां ने। वो मड़ियां दी पूजा करी जांदे है, जिस पूजा तो महाराज जी ने सानू रोकिया सी, हटाया सी, उसे विच ही दोबारा फस गए। इस करके मड़ियां मसाणा दे विच भी असी नहीं जाते, साडे सिख नहीं जाते हैं। जे तो भाई मुक्त होना, फिर सतगुरु जी दे दर्शाए मार्ग ते चल के अकाली उपासना, वाहिगुरू दी उपासना करनी। उहदा तरीका महाराज जी ने बड़ा सुंदर सानू दस्या। एक ओंकार तो लैके 18, 10, 20 तक सारी गुरबाणी का बार बार अभ्यास। पंज प्यारिਆਂ ने सानू मूल मंत्र वाहिगुरू मंत्र का जाप दिता, इसका अभ्यास। ये सारा अकाली चिंतन है, सत चिंत आनंद स्वरूप वाहिगुरू का चिंतन है, वाहिगुरू की उपासना, वाहिगुरू की भगती है। जिमें पंछी दो खंभा नाल आकाश की उडारी लाउंदा अपनी मंजिल ते अपड़ जांदा, गुरसिख ने सेवा और सिमरन दे खंभान दे नाल, सेवा और सिमरन दे दो खंभ जदों लग जांदे है, वो गुरसिख दी पवित्र आत्मा सचखंड विच उडारी मार के चली जाती है। इस करके भाई मड़ियां दे विच काहदे वास्ते आपां पैना। बंदे बहादुर दा गुरु कबीठ दे थल्ले बैठ के मंत्र जंत्रां दी साधना करदा ही सी ना। कबीठ बिरछ हुंदा दक्कण विच, लोग उसकी चटनी भी बनाउंदे, बाहरों सख्त हुंदा नारियल वर्गा हरा। हजूर साहब वाल उहदी चटनी बहुत बनाई जाती है उस फल की। ते बंदा बहादुर जदों धन गुरु गोबिंद सिंह साहब जी नूं हजूर साहब मिले तो महाराज कबीठ दे बिरछ दे फल वाल वेख के मुस्कुराए। बंदा सिंह बहादुर कहन लगा, महाराज मुस्कुराउंदे क्यों हो? महाराज कहंदे भी जिहदा चेला इन्ना शक्तिशाली, बड़ा रिद्धियां सिद्धियां मंत्रां जंत्रां दियां शक्तियां दा मालक, उहदे गुरु दी हालत देख रहे हैं भी की बनी हुई है। कहन लगा, महाराज मेरा गुरु तो बड़ा सिद्ध सी, बड़ा वड्डा जोगी सी, उहदी हालत नूं की होया? महाराज कहन लगे, तेरा गुरु आ कबीठ दे विच कबीठ दा एक कीड़ा बनिया बैठा। जे नहीं तेनू भरोसा तां कबीठ दा फल तोड़ के साडे पास लिया। जदों लियांदा महाराज जी ने फल तड़ाया तो विच एक कीड़ा। सच्चे पातशाह सिंघां नूं कहन लगे, सिंघो ये कीड़ा कढ़ के इहदे उत्ते सतनाम वाहिगुरू कह के जल दा छट्टा दिओ। छिट्टा दिता तो कीड़े दी जून छुट के सामने बड़े प्रकाश वाली रूह जदों सामने आई तो भाई बंदा सिंह बहादुर की वेखदा है, तो मेरा गुरु है बड़ा वड्डा जटाधारी। नमस्कार कीती गुरु जान के। कहन लगा, गुरुदेव की गल होई, की कारण होया भी तुहाडी ये हालत क्यों बनी? वो कहन लगा, बंदा सिंह बहादुर तू मेरा अनन्य शिष्य सी, पर तेरे भले की सिक्ख्या तेनू देनी चाहना। जेड़े तेरे सन्मुख बैठे है ये अकाल पुरख वाहिगुरू परमेश्वर का साक्षात सरगुण स्वरूप धन गुरु गोबिंद सिंह साहब जी जीवां का उद्धार करन लई आप परमेश्वर निराकार ने साकार रूप धारिया जीवां का, मात लोक दे लोकाई का भला करन वास्ते, मेरे वर्गे भुलना का उद्धार करन वास्ते। कहन लगा, महाराज तुहाडी अधोगति। कहन लगा, मैं मंत्र जंत्रां की साधना की हुई सी, मठां विच बह बह के
ਭੂਤ ਪ੍ਰੇਤ ਟੂਣੇ ਟਾਮਣ ਕਰਕੇ ਸਭ ਵਸ ਵਿੱਚ ਕੀਤੇ ਹੋਏ ਸਨ। ਮੈਂ ਆਪਣੀ ਸੁਰਤ ਪਰਮੇਸ਼ਰ ਨਾਲ ਨਾ ਜੋੜ ਸਕਿਆ ਜਿਉਂਦੇ ਜੀ, ਔਰ ਮੇਰੀ ਹਾਲਤ, ਮੇਰੀ ਰੂਹ ਇੱਥੇ ਹੀ ਰਹਿ ਗਈ। ਮਰਨ ਸਮੇਂ ਸਰੀਰ ਛੁੱਟ ਗਿਆ, ਪਰ ਰਹਿ ਇੱਥੇ ਗਈ ਰੂਹ ਮੇਰੀ, ਮੁਕਤੀ ਨਹੀਂ ਮੇਰੀ ਹੋ ਸਕੀ। ਸਾਧਨ ਸੰਪੰਨ ਬੜਾ ਸੀ, ਤੈਨੂੰ ਸਾਰੀਆਂ ਸਿੱਧੀਆਂ ਮੈਂ ਦਿੱਤੀਆਂ। ਮੈਂ ਮਰੇ ਬੰਦੇ ਵੀ ਜਿਉਂਦਾ ਕਰ ਲੈਂਦਾ ਸੀ, ਤੂੰ ਦੇਖਦਾ ਰਿਹਾ। ਹਵਾ ਵਿੱਚ ਵੀ ਮੈਂ ਉਡਾਰੀਆਂ ਮਾਰ ਲੈਂਦਾ ਸੀ, ਜਿੱਥੇ ਚਾਹੁੰਦਾ ਗੁਪਤ ਰੂਪ ਵਿੱਚ ਉੱਥੇ ਹੀ ਚਲਿਆ ਜਾਂਦਾ ਸੀ 1 ਸਕਿੰਟ ਵਿੱਚ। ਪਰ ਮਨ ਦੇ ਉੱਤੇ ਬਸ ਕੰਟਰੋਲ ਨਹੀਂ ਸੀ, ਮਨ ਅਧੀਨ ਨਹੀਂ ਕੀਤਾ ਹੋਇਆ ਸੀ। ਮਨ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ ਵਸ ਵਿੱਚ ਨਹੀਂ ਆਉਂਦਾ। ਮਨ ਵਸਾਵੇ ਨਾਨਕਾ ਜੇ ਪੂਰਨ ਕਿਰਪਾ। ਪਦਾਰਥਾਂ ਦੇ ਵਿੱਚ ਲੱਗਾ ਹੋਇਆ ਮਨ ਇੱਥੇ ਹੀ ਸੁਰਤ ਰਹਿ ਗਈ, ਤੇ ਮਰ ਕੇ ਮੈਂ ਅਕਬੀਠ ਦਾ ਇੱਕ ਜੀ ਬਣ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਕੋਈ ਮੇਰਾ ਪੂਰਬਲਾ ਕਰਮ ਚੰਗਾ ਸਮਝ ਲਓ, ਉਹਨਾਂ ਨੇ ਇੱਥੇ ਚਰਨ ਪਾਏ। ਤੇਰਾ ਵੀ ਉਧਾਰ ਕਰਨਾ ਸੀ, ਮੇਰਾ ਵੀ ਉਧਾਰ ਕਰਨਾ ਸੀ। ਇਹਨਾਂ ਦੇ ਚਰਨ ਫੜ ਲੈ, ਇਹਨਾਂ ਦੇ ਚਰਨ ਨਾ ਛੱਡੀ। ਇਹ ਲੋਕ ਪ੍ਰਲੋਕ ਦੇ ਵਿੱਚ ਤੇਰੀ ਸਹਾਇਤਾ ਕਰਨਗੇ। ਜਿਹੜਾ ਵੀ ਇਹਨਾਂ ਦੇ ਚਰਨ ਪਕੜ ਲੈਂਦਾ ਮੁਕਤ ਹੋ ਜਾਂਦਾ। ਉਹ 84 ਲੱਖ ਜੂਨਾਂ ਦੇ ਵਿੱਚ ਮੇਰੇ ਵਾਂਗੂ ਨਹੀਂ ਭਟਕਦਾ। ਮੈਨੂੰ ਇਹਨਾਂ ਦੇ ਹੁਣ ਦਰਸ਼ਨ ਹੋ ਗਏ, ਮੇਰੇ ਤੇ ਇਹਨਾਂ ਨੇ ਕਿਰਪਾ ਦੀ ਦ੍ਰਿਸ਼ਟੀ ਕਰ ਦਿੱਤੀ। ਹੁਣ ਮੈਂ ਮੁਕਤ ਹੋ ਗਿਆ, ਸੱਚਖੰਡ ਨੂੰ ਚੱਲਿਆ ਹਾਂ। ਜੋ ਮਹਾਰਾਜ ਨੇ ਮੁਕਤੀ ਦਾ ਦਾਨ ਬਖਸ਼। ਮਠਾਂ ਦੇ ਵਿੱਚ ਮਠਾਂ ਦੇ ਵਿੱਚ ਰਹਿ ਕੇ ਸਾਧਨਾ ਕਰਨ ਵਾਲਾ ਇੱਥੇ ਹੀ ਰਹਿ ਗਿਆ। ਕਿੱਡਾ ਵੱਡਾ ਸਿੱਧ ਸੰਤ ਸੀ, ਜੋਗੀ ਸੀ, ਸਾਧਕ ਸੀ ਆਪਣੇ ਸਮੇਂ ਦਾ। ਸੋ ਭਾਈ ਐਸੀ ਹਾਲਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਬਈ ਦੁਬਦਾ ਨਾ ਪੜੋ, ਦੁਬਦਾ ਦੇ ਵਿੱਚ ਨਹੀਂ ਪੈਂਦੇ। ਦੁਬਦਾ ਦੀ ਪੜ੍ਹਾਈ ਨਹੀਂ ਜਿਹੜੀ ਪਰਮੇਸ਼ਰ ਨਾਲੋਂ ਤੋੜਦੀ ਹੈ, ਉਹ ਸਾਰੀ ਦੁਬਦਾ ਵਾਲੀ ਉਹ ਪੜ੍ਹਾਈ ਹੈ। ਗੁਰੂ ਨਾਲੋਂ ਤੋੜਨਾ, ਗੁਰੂ ਦੇ ਪ੍ਰਤੀ ਸ਼ੰਕਾ ਪੈਦਾ ਕਰ ਦੇਣੀ, ਗੁਰੂ ਦੀਆਂ ਬਖਸ਼ਿਸ਼ਾਂ ਪ੍ਰਤੀ ਸ਼ੰਕਾਵਾਂ ਪੈਦਾ ਕਰਨੀਆਂ, ਜਿਵੇਂ ਅੱਜ ਕੱਲ੍ਹ ਲੋਕ ਪੈਦਾ ਕਰ ਰਹੇ ਹੈ। ਸ਼ਰਧਾ ਦੇ ਉੱਤੇ ਸ਼ੰਕਾ ਨੂੰ, ਸਿੱਖਾਂ ਦੀ ਸ਼ਰਧਾ ਦੇ ਉੱਤੇ ਸ਼ੰਕਾ ਦੀ ਸੱਟ ਮਾਰਨੀ ਆਏ ਦਿਨ, ਕਿ ਸ਼ਰਧਾ ਟੁੱਟ ਜਾਏ, ਵਿਸ਼ਵਾਸ ਟੁੱਟ ਜਾਏ। ਸੋ ਇਸ ਕਰਕੇ ਜਿਹੜਾ ਹਰੀ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ, ਹਰੀ ਦੀ ਪੂਜਾ ਕੀ ਹੈ? ਉਹਦੇ ਧਿਆਨ ਵਿੱਚ ਨਿਮਗਨ ਹੋ ਕੇ 8 ਪਹਿਰ ਗੁਰਬਾਣੀ ਦਾ ਅਭਿਆਸ ਕਰਨਾ, ਨਾਮ ਦਾ ਜਾਪ ਕਰਨਾ, ਸੇਵਾ ਵਿੱਚ ਲੱਗੇ ਰਹਿਣਾ, ਸਤ ਸੰਗਤ ਕਰਨੀ। ਉਹ ਭਾਈ ਕਦੇ ਦੁਬਦਾ ਦੇ ਵਿੱਚ ਨਹੀਂ ਪੈਂਦਾ। ਇਨ ਦੁਬਦਾ ਕਰ ਬਹੁਤੇ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ। ਦੁਬਦਾ ਵਿੱਚ ਪੈਣ ਵਾਲਾ ਇੱਥੇ ਵੀ ਨਹੀਂ ਛੁੱਟਦਾ, ਤੇ ਅੱਗੇ ਨਰਕਾਂ ਦੇ ਵਿੱਚ ਵੀ ਪੈਣ ਦਾ ਅਧਿਕਾਰੀ ਬਣ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਦੁਬਦਾ ਦੇ ਵਿੱਚ ਪਾਉਣ ਵਾਲੀ ਵਿਦਿਆ ਨਹੀਂ ਪੜ੍ਹਾਉਂਦੇ ਅਸੀਂ ਆਪਣੇ ਸਿੱਖਾਂ ਨੂੰ। ਐਸਾ ਪੜ੍ਹੋ ਕਿ ਉਪਦੇਸ਼ ਨਹੀਂ ਦਿੰਦੇ, ਤੇ ਹਰੀ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕਰਦੇ। ਮੜ੍ਹੇ ਮਸਾਣ ਨਾ ਜਾਈ ਨਾ ਮੜੀਆਂ ਦੇ ਵਿੱਚ, ਜਿੱਥੇ ਕਬਰਾਂ ਤੇ ਮਸਾਣਾ, ਜਿੱਥੇ ਮੁਰਦਿਆਂ ਨੂੰ ਸਾੜਿਆ ਜਾਂਦਾ, ਉਹਨਾਂ ਦੇ ਵਿੱਚ ਵੀ ਸਾਡੇ ਸਿੱਖ ਨਹੀਂ ਜਾਂਦੇ, ਉੱਥੇ ਵੀ ਭੇਜਣ ਦਾ, ਐਸੇ ਨਖਿੰਦ ਕਰਮ ਕਾਂਡ ਕਰਨ ਦਾ ਅਸੀਂ ਉਪਦੇਸ਼ ਨਹੀਂ ਦਿੰਦੇ ਹਾਂ। ਜਿਹੜਾ ਹਰੀ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ, ਨਾ ਭਾਈ ਉਹ ਮੜੀਆਂ ਵਿੱਚ ਜਾਂਦਾ, ਨਾ ਉਹ ਮਸਾਣ ਭੂਮਿਕਾ ਵਿੱਚ ਜਾਂਦਾ, ਨਾ ਹੀ ਉਹ ਦੁਬਦਾ ਦੇ ਵਿੱਚ ਦਵੈਤ ਦੇ ਵਿੱਚ ਪੈ ਕੇ ਬਾਰ-ਬਾਰ ਨਹੀਂ, ਦੁਤੀਆ ਭਵੰ ਭਵਤੀ, ਬਾਰ-ਬਾਰ ਨਹੀਂ ਉਹ ਭਟਕਦਾ ਜੂਨਾਂ ਦੇ ਵਿੱਚ। ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਦੇ ਵਿੱਚ ਫਸ ਕਰਕੇ ਪਰਾਇਆਂ ਘਰਾਂ ਦੇ ਵਿੱਚ ਜਾ ਕੇ ਹੱਥ ਅੱਡ ਕੇ ਮੰਗਣਾ, ਪਰਾਇਆਂ ਘਰਾਂ ਦੇ ਅੱਗੇ ਜਾ ਕੇ ਭਿਖਸ਼ਾਨ ਦੇਹੀ ਭਿਖਸ਼ਾਨ ਦੇਹੀ, ਧਨ ਦਿਓ, ਅੰਨ ਦਿਓ, ਵਸਤਰ ਦਿਓ। ਔਰ ਤ੍ਰਿਸ਼ਨਾ ਦੇ ਮਾਰੇ ਹੋਏ ਇੱਕ ਨਹੀਂ ਸੈਂਕੜੇ ਘਰਾਂ ਵਿੱਚ ਰੋਜ਼। ਪੁਰਾਣੇ ਸਮੇਂ ਵਿੱਚ ਜਿਹੜੇ ਬੀਤਰਾਗ ਸਾਧੂ ਸਨ, ਉਹ ਸਾਧ ਸੰਗਤ ਦੀ ਸ਼ਾਸਤਰ ਨਿਯਮ ਅਨੁਸਾਰ 8 ਪਹਿਰਾਂ ਦੇ ਵਿੱਚ ਇੱਕ ਵਾਰੀ ਪ੍ਰਸ਼ਾਦਾ ਛਕਦੇ, ਔਰ ਨਗਰ ਦੇ ਵਿੱਚ ਜਾਂਦੇ, ਇੱਕ ਘਰ ਤੋਂ 2 ਪ੍ਰਸ਼ਾਦੇ ਮਿਲ ਕੇ ਛਕ ਕੇ
ਜੇ ਥੋੜੀ ਭੁੱਖ ਹੈ ਦੂਜੇ ਤੋਂ ਮੰਗ ਕੇ ਵਾਪਸ ਆ ਜਾਣਾ। ਆਪਣੇ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਨਾ, ਅਭਿਆਸ ਕਰਨਾ। ਸੰਤ ਬਾਬਾ ਦਲੇਲ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲੇ ਬੜੇ ਤਪਸਵੀ ਮਹਾਤਮਾ ਹੋਏ। ਭਰ ਜਵਾਨੀ ਦੇ ਵਿੱਚ ਐਸਾ ਵੈਰਾਗ ਉਹਨਾਂ ਨੇ ਆਪਣੇ ਜੀਵਨ ਵਿੱਚ ਰੱਖਿਆ। 8 ਪਹਿਰਾਂ ਦੇ ਵਿੱਚ ਇੱਕ ਵਾਰੀ ਪ੍ਰਸ਼ਾਦਾ ਲੈਣ ਜਾਣਾ, ਇੱਕ ਘਰੋਂ ਜੇ ਇੱਕ ਮਿਲ ਗਿਆ ਉਹੀ ਛਕ ਕੇ ਸਬਰ ਸ਼ੁਕਰ ਦੇ ਨਾਲ ਵਾਪਸ ਆਪਣੇ ਇਕਾਂਤ ਵਿੱਚ ਆ ਕੇ ਮਹਾਰਾਜ ਦਾ ਨਾਮ ਜਪਣਾ, ਬਾਣੀ ਪੜ੍ਹਨੀ, ਸਿਮਰਨ ਕਰਨਾ। ਇਸ ਕਰਕੇ ਜਿਹੜਾ ਤਾਂ ਇਉਂ ਭਾਈ ਸੰਤੋਖ ਦੇ ਨਾਲ ਰਹਿੰਦਾ ਉਹ ਤਾਂ ਧਨਤਾ ਦੇ ਯੋਗ ਹੈ। ਜਿਹੜਾ ਪਦਾਰਥਾਂ ਦੀ ਲਾਲਸਾ ਵਿੱਚ ਆ ਕੇ ਮਾਇਆ ਨੂੰ ਇਕੱਠੀ ਕਰਦਾ, ਘਰ ਘਰ ਭਟਕਦਾ ਫਿਰਦਾ, ਘਰ ਘਰ ਮੰਗਦਾ ਫਿਰਦਾ, ਮਹਾਰਾਜ ਕਹਿੰਦੇ ਸਾਡੇ ਸਿੱਖ ਐਸੀ ਤ੍ਰਿਸ਼ਨਾ ਦੇ ਵਿੱਚ ਪੈ ਕੇ ਪਰਾਇਆਂ ਘਰਾਂ ਦੇ ਵਿੱਚ ਜਾ ਕੇ ਪਦਾਰਥ ਨਹੀਂ ਮੰਗਦੇ ਫਿਰਦੇ, ਕਿਉਂਕਿ ਉਹਨਾਂ ਦਾ ਮਨ ਤ੍ਰਿਸ਼ਨਾ ਦੀ ਭਟਕਣਾ ਵੱਲੋਂ ਛੁੱਟ ਗਿਆ ਹੈ। ਤ੍ਰਿਸ਼ਨਾ ਨਾਮ ਬੁਝਾਈ, ਉਹਨਾਂ ਦੀ ਤ੍ਰਿਸ਼ਨਾ ਨਾਮ ਨੇ ਬੁਝਾ ਦਿੱਤੀ ਹੈ, ਮੇਟ ਦਿੱਤੀ ਹੈ। ਵਾਹਿਗੁਰੂ ਦਾ ਨਾਮ ਹੀ ਤ੍ਰਿਸ਼ਨਾ ਨੂੰ ਮੇਟ ਸਕਦਾ। ਨਹੀਂ ਤਾਂ ਇੱਕ ਬੰਦੇ ਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਦੇ ਦਿਓ ਨਾ, ਤਾਂ ਵੀ ਉਹਦਾ ਮਨ ਭਟਕਦਾ ਹੀ ਰਹਿੰਦਾ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਦੁਨੀਆ ਵਿੱਚ ਕਿੱਡੇ ਕਿੱਡੇ ਰਾਜੇ ਹੋਏ, ਚੱਕਰਵਰਤੀ, ਕਹਿੰਦੇ ਦੁਨੀਆ ਦਾ ਰਾਜ ਲੈ ਕੇ ਫਿਰ ਸਵਰਗ ਵੱਲ ਨੂੰ ਤੁਰ ਪਏ ਵੀ ਹੁਣ ਇੱਥੋਂ ਦਾ ਵੀ ਰਾਜ ਜਿੱਤ ਲਈਏ। ਉਹ ਤ੍ਰਿਸ਼ਨਾ ਨਹੀਂ ਮੁੱਕੀ। ਇਸ ਕਰਕੇ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਕੋਟ ਜੋਰੇ ਲਾਖ ਕਰੋੜੇ ਮਨ ਨਾ ਹੋ ਰਹਾ, ਪਰੇ ਪਰੇ ਹੀ ਕੋ ਲੁੱਝੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੀ ਤ੍ਰਿਸ਼ਨਾ ਬੁਝ ਗਈ। ਨਾਮ ਨੇ ਉਹਨਾਂ ਦੀ ਤ੍ਰਿਸ਼ਨਾ ਬੁਝਾ ਦਿੱਤੀ ਹੈ, ਮੇਟ ਦਿੱਤੀ ਹੈ। ਤ੍ਰਿਸ਼ਨਾ ਦੀ ਅੱਗ ਨਾਮ ਦੇ ਸੀਤਲ ਜਲ ਨੇ ਉਹਨਾਂ ਦੀ ਸ਼ਾਂਤ ਕਰ ਦਿੱਤੀ ਹੈ। ਮਹਾਰਾਜ ਨਾਮ ਦਾ ਮਹਾਤਮ ਦਰਸਾ ਰਹੇ ਆ। ਕਹਿੰਦੇ ਵੀ ਜਿਹੜੇ ਕਰਮ ਕਾਂਡ ਵਰਗੇ ਤੁਹਾਡੇ ਵਰਗੇ ਤ੍ਰਿਸ਼ਨਾ ਦਾ ਮਾਰੇ ਪਰਾਇਆ ਘਰਾਂ ਵਿੱਚ ਜਾ ਕੇ ਮੰਗ ਮੰਗ ਕੇ ਖਾਂਦੇ, ਮੰਗ ਮੰਗ ਕੇ ਧਨ ਪਦਾਰਥ ਇਕੱਠਾ ਕਰਦੇ ਆ, ਪਰ ਸਾਡੇ ਸਿੱਖ ਸਬਰ ਸੰਤੋਖ ਨਾਲ ਵਾਹਿਗੁਰੂ ਦਾ ਨਾਮ ਜਪ ਕੇ ਉਹਨਾਂ ਨੇ ਆਪਣੀ ਤ੍ਰਿਸ਼ਨਾ ਨੂੰ ਮੇਟ ਲਿਆ ਹੈ। ਇੰਨਾ ਨਾਮ ਦਾ ਫਲ ਹੈ। ਨਾਮ ਤ੍ਰਿਸ਼ਨਾ ਦੀ ਜਲਨ ਨੂੰ ਵੀ ਸ਼ਾਂਤ ਕਰ ਦਿੰਦਾ ਹੈ। ਘਰ ਭੀਤਰ ਘਰ ਗੁਰੂ ਦਿਖਾਇਆ, ਸਤਿਗੁਰਾਂ ਨੇ ਕਿਰਪਾ ਕਰਕੇ ਹਿਰਦੇ ਰੂਪ ਘਰ ਦੇ ਅੰਦਰ ਹੀ ਗੁਰੂ ਸਰੂਪ ਪਰਮੇਸ਼ਰ ਨੂੰ ਪ੍ਰਤੱਖ ਦਿਖਾ ਦਿੱਤਾ, ਦਰਸ਼ਨ ਕਰਾ ਦਿੱਤੇ ਹਨ। ਅੰਤःਕਰਣ ਦੇ ਅੰਦਰ ਸਹਿਜ ਰੱਤੇ ਮਨ ਭਾਈ, ਸਹਿਜ ਗਿਆਨ ਦੇ ਅੰਦਰ ਉਹਨਾਂ ਦਾ ਮਨ ਮਿਲ ਗਿਆ, ਐਨ ਗਿਆਨ ਦਾ ਰੰਗ ਚੜ ਗਿਆ। ਉਹਨਾਂ ਦਾ ਮਨ ਪਰਮੇਸ਼ਰ ਨੂੰ ਭਾ ਗਿਆ, ਉਹਨਾਂ ਦੇ ਮਨ ਨੂੰ ਪਰਮੇਸ਼ਰ ਦੀ ਭਗਤੀ ਭਾ ਗਈ ਅਤੇ ਸੁਤੇ ਹੀ ਉਹ ਨਾਮ ਦੇ ਰੰਗ ਵਿੱਚ ਰੰਗੇ ਗਏ ਹੈ। ਤੂੰ ਆਪੇ ਦਾਨਾ ਆਪੇ ਬੀਨਾ, ਇਹ ਦ੍ਰਿਸ਼ਟੀ ਉਹਨਾਂ ਦੀ ਹੈ ਐਸੇ ਗੁਰਮੁਖਾਂ ਦੀ ਕਿ ਤੂੰ ਆਪੇ ਹੀ ਸਾਰਿਆਂ ਦੇ ਹਿਰਦਿਆਂ ਦੀ ਦਾਨਾ, ਗੁਪਤ ਗੱਲਾਂ ਨੂੰ ਜਾਣਨ ਵਾਲਾ, ਜੋ ਕਿਸੇ ਦੇ ਮਨ ਵਿੱਚ ਫੁਰਨਾ ਚੱਲਦਾ। ਧੰਨ ਭਾਈ ਕਨ੍ਹਈਆ ਜੀ ਦੇ ਪਾਸ ਸੰਤ ਭਾਈ ਸੇਵਾਦਾਸ ਜੀ ਸੇਵਾ ਕਰਦੇ ਸਨ। ਭਾਈ ਸਾਹਿਬ ਨੇ ਸੇਵਾ ਕਰਦਿਆਂ ਕੋਈ ਮਨ ਵਿੱਚ ਫੁਰਨਾ ਕੀਤਾ, ਭਾਈ ਕਨ੍ਹਈਆ ਸਾਹਿਬ ਜੀ ਨੇ ਉਹਨਾਂ ਦਾ ਫੁਰਨਾ ਬੁੱਝ ਲਿਆ। ਸੇਵਾ ਪੰਥੀਆਂ ਦੇ ਸਭ ਤੋਂ ਵੱਡੇ ਮਹਾਤਮਾ ਭਾਈ ਸੇਵਾਦਾਸ ਜੀ ਹੋਏ। ਉਹਨਾਂ ਦੀਆਂ ਪਰਚੀਆਂ ਵੀ ਲਿਖੀਆਂ ਹੋਈਆਂ ਬੜੀਆਂ ਪੜ੍ਹਨ ਵਾਲੀਆਂ ਹਨ, ਵੈਰਾਗ ਪੈਦਾ ਕਰਦੀਆਂ ਉਹ ਮਨ ਦੇ ਵਿੱਚ। ਬੜੀ ਸੁੰਦਰ ਸਿੱਖਿਆ ਹੈ ਉਹਨਾਂ ਤੋਂ। ਕਹਿਣ ਲੱਗੇ ਮਹਾਰਾਜ ਤੁਸੀਂ ਮਨ ਦੇ ਫੁਰਨੇ ਬੁੱਝਣ ਲੱਗ ਪਏ, ਮੈਂ ਹੁਣ ਤੁਹਾਡੇ ਪਾਸ ਨਹੀਂ ਜਾਣਾ। ਕਹਿੰਦੇ ਕਿੱਥੇ ਜਾਣਾ? ਕਹਿੰਦੇ ਮੈਂ ਇੱਥੋਂ 500 ਮੀਲ ਦੂਰ ਚਲੇ ਜਾਣਾ। ਕਹਿੰਦੇ ਹੱਸ ਕੇ ਭਾਈ ਕਨ੍ਹਈਆ ਜੀ ਕਹਿੰਦੇ ਸੇਵਾਦਾਸ ਜੇ ਇੱਥੇ ਬੈਠੇ ਤੇਰਾ ਮਨ ਦਾ ਫੁਰਨਾ ਬੁੱਝ ਲਿਆ ਤਾਂ 500 ਮੀਲ ਤੋਂ ਕਿਉਂ ਨਹੀਂ ਬੁੱਝ ਸਕਦੇ? ਉੱਥੋਂ ਵੀ ਬੁੱਝ ਲਵਾਂਗੇ, ਫਿਰ ਕਿਹੜਾ ਅਸੀਂ ਬੁੱਝਣੋਂ ਨਹੀਂ ਰਹਿ ਸਕਦੇ। ਇਹ ਕਲਗੀਧਰ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਔਰ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਹੈ। ਭਾਈ ਕਨ੍ਹਈਆ ਜੀ 9ਵੇਂ ਪਾਤਸ਼ਾਹ ਜੀ ਦੇ ਸਮੇਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਸਨ। ਬਹੁਤ ਵੱਡੇ ਅਮੀਰ ਸੁਦਾਗਰ ਦੇ ਪੁੱਤਰ ਸਨ।
ਦਰਸ਼ਨ ਕਰਕੇ ਮਨ ਵਿੱਚ ਅਨੰਦਪੁਰ ਸਾਹਿਬ ਵੈਰਾਗ ਪੈਦਾ ਹੋ ਗਿਆ ਸੀ। ਫਿਰ ਭਾਈ ਸੇਵਾ ਦਾਸ ਨੇ ਪੁੱਛਿਆ, ਮਹਾਰਾਜ ਮਨ ਦਾ ਹਾਲ ਜਿਹੜਾ ਹੈ ਇਹ ਬੜਾ ਭਿਆਨਕ ਹੈ। ਮਨ ਦੀ ਗਤੀ, ਕਹਿਣ ਲੱਗੇ ਮਨ ਦੀ ਗਤੀ ਭਾਈ ਬੰਦੂਕ ਦੀ ਗੋਲੀ ਨਾਲੋਂ, ਹਵਾ ਦੇ ਵੇਗ ਨਾਲੋਂ, ਪਾਣੀ ਦੀਆਂ ਲਹਿਰਾਂ ਨਾਲੋਂ ਸਭ ਤੋਂ ਤੇਜ਼ ਮਨ ਦਾ ਵੇਗ ਹੈ। ਮਨ ਨੂੰ ਟਿਕਾਉਣ ਦਾ ਇੱਕੋ ਹੀ ਸਾਧਨ ਹੈ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਾਈਆਂ ਗੁਰ ਸ਼ਬਦੀ ਉਹ ਮਨ ਹੋੜੀਐ। ਗੁਰੂ ਦੇ ਸ਼ਬਦ ਨਾਲ ਮਨ ਨੂੰ ਹੋੜ ਲੈਣਾ, ਰੋਕ ਲੈਣਾ, ਆਪਣੇ ਮਨ ਦੀਆਂ ਵਾਸ਼ਨਾਵਾਂ। ਜਿਨ੍ਹਾਂ ਦਾ ਮਨ ਰੁਕ ਗਿਆ ਉਹ ਭਾਵੇਂ ਸਾਰੀ ਸ੍ਰਿਸ਼ਟੀ ਦੇ ਮਨ ਦੀ ਗਤੀ ਨੂੰ ਜਾਣ ਲੈਣ, ਉਹਨਾਂ ਲਈ ਕੋਈ ਔਖਾ ਨਹੀਂ। ਇਸ ਕਰਕੇ ਮਨ ਨੂੰ ਟਿਕਾ ਕੇ ਸੇਵਾ ਕਰ, ਮਨ ਨੂੰ ਟਿਕਾ ਕੇ ਨਾਮ ਜਪ। ਕਿਉਂ ਭਾਈ ਉਹਨਾਂ ਦਾ ਐਸਾ ਨਿਸ਼ਚਾ ਕਿ ਵਾਹਿਗੁਰੂ ਦਾ, ਪਰਮੇਸ਼ਰ ਜਿਹੜਾ ਵਾਹਿਗੁਰੂ ਹੈ, ਤੂੰ ਆਪੇ ਦਾਨਾ, ਤੂੰ ਆਪ ਹੀ ਸਾਰਿਆਂ ਦੇ ਹਿਰਦਿਆਂ ਦੀਆਂ ਗੁਪਤ ਗੱਲਾਂ ਨੂੰ ਵੀ ਜਾਣਨ ਵਾਲਾ ਹੈ। ਆਪੇ ਬਿਨਾ ਆਪ ਹੀ ਜਿਹੜੇ ਲੋਕ ਪਰਮੇਸ਼ਰ ਨੂੰ ਭੁੱਲ ਕੇ ਮੰਦ ਕਰਮ ਕਰਦੇ ਆ, ਉਹਨਾਂ ਦੇ ਨੇੜੇ ਤੋਂ ਨੇੜੇ ਹੋ ਕੇ ਬਿਨਾ ਨਾਮ ਸਾਹਮਣੇ ਦੇਖਣ ਵਾਲਾ ਵੀ ਹੈ। ਤੂੰ ਦੇਵੈ ਮਤ ਸਾਈ, ਇਹ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਨੂੰ ਤੂੰ ਇਹ ਮਤ ਸ਼ੁਭ ਸਿੱਖਿਆ ਦੇ ਦਿੰਨਾ ਹੈ, ਉਹ ਤੇਰੇ ਨਾਮ ਦੇ ਵਿੱਚ ਰੰਗੇ ਜਾਂਦੇ ਹੈ। ਇਹ ਸਾਈਂ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਨੂੰ ਤੂੰ ਸਾਈਂ ਵਾਲੀ, ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸਾਈ ਉਹ ਮਤ, ਆਤਮ ਵਿਸ਼ੈਣੀ ਮਤ ਜਿਨ੍ਹਾਂ ਨੂੰ ਤੂੰ ਪ੍ਰਦਾਨ ਕਰ ਦਿੱਤੀ ਹੈ, ਉਹਨਾਂ ਉੱਤੇ ਫਿਰ ਐਸੀ ਕਿਰਪਾ ਹੁੰਦੀ ਹੈ। ਉਹ ਹਰ ਥਾਂ ਦੇ ਵਿੱਚ, ਜਰੇ ਜਰੇ ਵਿੱਚ ਤੈਨੂੰ ਹੀ ਵੇਖਦੇ ਹਨ ਕਿ ਤੂੰ ਸਾਰਿਆਂ ਦੀਆਂ ਗੁਪਤ ਗੱਲਾਂ ਵੀ ਸੁਣਨ ਵਾਲਾ ਹੈ, ਪ੍ਰਤੱਖ ਸਾਰਿਆਂ ਨੂੰ ਵੀ, ਸਾਰਿਆਂ ਦੇ ਗੁਣ ਔਗਣ ਵੇਖਣ ਵਾਲਾ ਹੈ। ਉਹ ਤੇਰੇ ਦੇ ਵਿੱਚ ਇਸੇ ਤਰ੍ਹਾਂ ਤੇਰੀ ਭੈ ਭਾਵਨਾ ਦੇ ਵਿੱਚ ਰਹਿ ਕੇ ਭਗਤੀ ਵਾਲੀ ਆਤਮ ਵਿਸ਼ੈਣੀ ਬੁੱਧੀ ਦੁਆਰਾ ਤੇਰੇ ਨਾਮ ਦੀ ਘਾਲਣਾ ਕਰਦੇ ਹਨ। ਮਨ ਬੈਰਾਗ ਰਤੋ ਬੈਰਾਗੀ, ਜਿਨ੍ਹਾਂ ਦਾ ਮਨ ਪਰਮੇਸ਼ਰ ਦੀ ਭਗਤੀ ਦੇ ਵਿੱਚ ਵੈਰਾਗ ਦੇ ਸਹਿਤ ਰੰਗਿਆ ਗਿਆ, ਵੈਰਾਗ ਦਾ ਰੰਗ ਜਿਨ੍ਹਾਂ ਨੂੰ ਚੜ ਗਿਆ ਹੈ, ਰਾਗ ਨਾਮ ਸੰਸਾਰ ਦਾ ਮੋਹ ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਨਿਵਰਤ ਹੋ ਗਿਆ ਹੈ, ਉਹਨਾਂ ਨੂੰ ਪਰਮੇਸ਼ਰ ਦੀ ਭਗਤੀ ਦਾ ਰੰਗ ਐਨ ਪੂਰਾ ਚੜ ਜਾਂਦਾ ਹੈ। ਅਸਲੀ ਵੈਰਾਗਮਾਨ ਉਹੀ ਹਨ। ਸ਼ਬਦ ਮਨ ਬੇਦਿਆ ਮੇਰੀ ਮਾਈ, ਇਹ ਮੇਰੇ ਮਾਤਾ ਪਿਤਾ ਰੂਪ ਸੰਤ ਜਨੋ, ਮਾਈ ਤੋਂ ਭਾਵ ਹੈ ਮੇਰੇ ਮਾਤਾ ਪਿਤਾ ਰੂਪ ਸੰਤ ਜਨੋ, ਉਹਨਾਂ ਦਾ ਮਨ ਸ਼ਬਦ ਦੇ ਵਿੱਚ ਬਿੰਨਿਆ ਗਿਆ, ਜੁੜ ਗਿਆ, ਲੱਗ ਗਿਆ ਹੈ। ਅੰਤਰ ਜੋਤ ਨਿਰੰਤਰ ਬਾਣੀ, ਜੋ ਅੰਤਰ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਆ, ਉਸ ਦੀ ਜੋ ਨਿਰੰਤਰ ਇੱਕ ਰਸ ਬਾਣੀ ਦਾ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ ਗੁਰਸਿੱਖਾਂ ਨੂੰ। ਸੱਚੇ ਸਾਹਿਬ ਸੋ ਲਿਵ ਲਾਈ, ਉਹਨਾਂ ਨੇ ਸੱਚੇ ਸਾਹਿਬ ਵਾਹਿਗੁਰੂ ਦੇ ਨਾਮ ਨਾਲ, ਐਸੇ ਪਰਮੇਸ਼ਰ ਦੇ ਨਾਮ ਨਾਲ ਨਿਰੰਤਰ ਇੱਕ ਰਸ ਉਸ ਦੀ ਬਾਣੀ ਨਾਲ ਆਪਣੀ ਲਿਵ ਨੂੰ, ਆਪਣੀ ਸੁਰਤ ਨੂੰ ਲਾਇਆ ਹੈ। ਤੋ ਅੰਦਰ ਵੀ ਜੋਤੀ ਸਰੂਪ ਦੇ ਦਰਸ਼ਨ ਕਰਦੇ ਆ, ਬਾਹਰ ਵੀ ਉਹਨਾਂ ਨੂੰ ਉਸੇ ਦੇ ਦੀਦਾਰ ਹੁੰਦੇ ਹਨ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਆ, ਅਸੰਖ ਬੈਰਾਗੀ ਕਹਿ ਬੈਰਾਗ, ਅਸੰਖ ਅਣਗਿਣਤੀ ਆਪਣੇ ਆਪ ਨੂੰ ਵੈਰਾਗੀ ਕਹਾਉਣ ਵਾਲੇ ਵੈਰਾਗਵਾਨ ਦੁਨੀਆ ਵਿੱਚ ਤੁਰੇ ਫਿਰਦੇ ਆ। ਮੈਂ ਇੰਨੇ ਧਾਮਾਂ ਤੇ ਜਾਇਆ ਨੰਗੇ ਪੈਰੀ, ਇੰਨੇ ਤੀਰਥਾਂ ਤੇ ਜਾਇਆ, ਸਾਧਨ ਕਰ ਲਏ। ਮਹਾਰਾਜ ਕਹਿੰਦੇ ਐ ਕਹਾਉਣ ਨਾਲ ਨਹੀਂ, ਕੋਈ ਭਾਵੇਂ ਅਣਗਿਣਤੀ ਅਸੰਖ ਲੱਖਾਂ ਕਰੋੜਾਂ ਅਰਬਾਂ ਖਰਬਾਂ ਤੋਂ ਬਾਅਦ ਅਸੰਖ ਦੀ ਗਿਣਤੀ ਆਉਂਦੀ ਹੈ। ਮਹਾਰਾਜ ਕਹਿੰਦੇ ਐਸੇ ਅਣਗਿਣਤੀ ਵੈਰਾਗੀ ਵੈਰਾਗਵਾਨ ਕਹਾਉਣ ਵਾਲੇ ਤੁਰੇ ਫਿਰਦੇ ਐ। ਸੋ ਬੈਰਾਗੀ ਜੇ ਖਸਮੈ ਭਾਵੈ, ਅਸਲੀ ਬੈਰਾਗੀ ਉਹ ਹੈ ਜਿਹੜਾ ਖਸਮ ਵਾਹਿਗੁਰੂ ਦੇ ਦਰ ਤੇ ਭਾ ਗਿਆ, ਪ੍ਰਵਾਨ ਹੋ ਗਿਆ ਪਰਮੇਸ਼ਰ ਨੂੰ। ਤਰ ਤੀਬਰ ਤਰ ਤਮ ਬੈਰਾਗ, ਕਾਗ ਬਿਸ਼ਟ ਲੋ ਭੋਗ ਜੋ, ਬ੍ਰਹਮ ਲੋਕ ਲੋ ਭੋਗ ਜੋ, ਕਾਗ ਬਿਸ਼ਟ ਸਮਝਾਣ।
ਬ੍ਰਹਮ ਲੋਕ ਦੇ ਪਦਾਰਥਾਂ ਨੂੰ ਜਿਹੜਾ ਕਾਂ ਦੀ ਵਿੱਠ ਦੀ ਨਿਆਈ ਜਾਣ ਕੇ ਨਫ਼ਰਤ ਕਰ ਗਿਆ ਨਾ ਜੀਵਨ ਵਿੱਚ, ਐਸੀ ਪ੍ਰੈਕਟੀਕਲ ਅਸਲੀਅਤ ਜਿਹਦੀ ਅਵਸਥਾ ਬਣ ਗਈ, ਉਹ ਹੈ ਤਰ ਤੀਬਰ ਤਰ ਤਮ ਵੈਰਾਗ ਦਾ ਧਾਰਨੀ। ਅਸਲੀ ਵੈਰਾਗਵਾਨਾਂ ਦੀ ਸਭ ਤੋਂ ਉੱਚੀ ਅਵਸਥਾ ਉਹਨਾਂ ਦੀ ਹੈ। ਧੰਨ ਬਾਬਾ ਫਰੀਦ ਸਾਹਿਬ, ਉਹਨਾਂ ਦੇ ਪਾਸ ਕਿਸੇ ਰਾਜੇ ਨੇ ਲਿਆ ਕੇ ਹੀਰੇ ਜਵਾਹਰਾਤ ਭੇਟਾ ਕਰਤੇ, ਉਹਦੇ ਵੱਲ ਵੇਖਿਆ ਵੀ ਨਹੀਂ ਉਹਨਾਂ ਨੇ, ਬੰਦਗੀ ਵਿੱਚ ਲੱਗੇ ਰਹੇ। ਸੇਵਕ ਨੇ ਇੱਕ ਸੁੱਕਾ ਪ੍ਰਸ਼ਾਦਾ ਲਿਆਂਦਾ, ਸੁੱਕਾ, ਔਰ ਉਹਦੇ ਉੱਤੇ ਨੂਣ ਰੱਖਿਆ ਹੋਇਆ ਸੀ। ਉਹਦੇ ਵਿੱਚੋਂ ਇੱਕ ਟੁਕੜਾ ਤੋੜ ਕੇ ਆਪਣੇ ਸੇਵਾਦਾਰ ਨੂੰ ਦੇ ਦਿੱਤਾ, ਇੱਕ ਟੁਕੜਾ ਕਹਿੰਦੇ ਆ ਕੂਕਰ ਨੂੰ ਪਾ ਦੀ, ਤੀਜਾ ਹਿੱਸਾ ਛੱਕ ਕੇ ਫਿਰ ਜਲ ਦਾ ਪਿਆਲਾ ਪੀ ਕੇ ਪਰਮੇਸ਼ਰ ਦੇ ਨਾਮ ਵਿੱਚ ਜੁੜ ਗਏ। ਉਹ ਪਦਾਰਥਾਂ ਵੱਲ ਵੇਖਿਆ ਵੀ ਨਹੀਂ। ਐਸੀ ਅਵਸਥਾ ਭਗਤਾਂ ਦੀ, ਵਾਹਿਗੁਰੂ ਦੇ ਪਿਆਰਿਆਂ ਦੀ। ਇਸ ਕਰਕੇ ਉਹ ਭਾਈ ਅਸਲ ਵੈਰਾਗਵਾਨ ਹੈ, ਜਿਹੜਾ ਖਸਮ ਵਾਹਿਗੁਰੂ ਨੂੰ ਪਾ ਗਿਆ, ਜਿਹਦੀ ਭਗਤੀ ਪਾ ਗਈ, ਜਿਹਦੀ ਸਾਧਨਾ ਪ੍ਰਵਾਨ ਹੋ ਗਈ, ਵਕਾਰਾਂ ਵੱਲੋਂ ਜਿਹਦਾ ਮਨ ਮੁੜ ਗਿਆ ਹੈ। ਉਹ ਵੈਰਾਗੀ ਅਸੰਖਾ ਵੈਰਾਗਵਾਨਾਂ ਵਿੱਚੋਂ ਸਭ ਤੋਂ ਉੱਤਮ ਉਹ ਵੈਰਾਗੀ ਹੈ, ਉਹ ਅਸਲੀ ਵੈਰਾਗਵਾਨ ਹੈ। ਮਹਾਰਾਜ ਕਹਿੰਦੇ ਹਿਰਦਾ ਸ਼ਬਦ ਸਦਾ ਭੈ ਰਚਿਆ। ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਸ਼ਬਦ ਬ੍ਰਹਮ ਵਾਹਿਗੁਰੂ ਪਰਮੇਸ਼ਰ ਦਾ ਸਦਾ ਹੀ ਵਾਸਾ ਹੈ, ਔਰ ਉਹਦੇ ਭੈ ਵਿੱਚ ਰਚੇ ਰਹਿੰਦੇ ਆ, ਮਿਲੇ ਰਹਿੰਦੇ ਆ, ਉਹਦਾ ਖੌਫ ਰੱਖਦੇ ਆ ਮਨ ਵਿੱਚ। ਗੁਰ ਕੀ ਕਾਰ ਕਮਾਵੇ। ਗੁਰੂ ਦੀ ਦੱਸੀ ਹੋਈ ਕਾਰ ਮਰਿਆਦਾ ਨੂੰ, ਸੇਵਾ ਨੂੰ ਉਹ ਨਿਭਾਉਂਦੇ ਆ, ਕਮਾਉਂਦੇ ਆ। ਸਾਰਾ ਜੀਵਨ ਜੋ ਗੁਰੂ ਨੇ ਹੁਕਮ ਕੀਤਾ ਉਸ ਕਾਰ ਨੂੰ ਹੀ ਕਮਾਉਂਦੇ ਆ, ਸਾਰਾ ਜੀਵਨ ਉਸੇ ਵਿੱਚ ਹੀ ਲਾ ਦਿੰਦੇ। ਧੰਨ ਬਾਬਾ ਸ਼ਾਮ ਸਿੰਘ ਜੀ ਜੈਸੇ ਗੁਰਮੁਖ ਏਕੋ ਚੇਤਾ ਮਨੁਆ ਨਾ ਡੋਲੇ। ਜਿਹੜਾ ਇੱਕ ਵਾਹਿਗੁਰੂ ਨੂੰ ਚੇਤੇ ਯਾਦ ਰੱਖਦਾ ਤੇ ਜਿਹਦਾ ਮਨ ਨਹੀਂ ਫਿਰ ਡੋਲਦਾ, ਭਟਕਦਾ ਨਹੀਂ ਹੈ। ਧਾਵਤ ਵਰਜ ਰਹਾਵੇ। ਇਹਨਾਂ ਨੇ ਦਸੋ ਦਿਸ਼ਾਵਾਂ ਦੇ ਵਿੱਚ ਧੌਂਦੇ ਭਟਕਦੇ ਮਨ ਨੂੰ ਵਰਜ ਲਿਆ, ਰੋਕ ਲਿਆ, ਔਰ ਆਪਣੇ ਮਨ ਨੂੰ ਰੋਕ ਕਰਕੇ ਗੁਰ ਸ਼ਬਦ ਦੇ ਵਿੱਚ ਰਹਿ ਗਏ, ਜੁੜ ਗਏ, ਵਾਹਿਗੁਰੂ ਦੇ ਸ਼ਬਦ ਵਿੱਚ ਟਿਕ ਗਏ। ਐਸੇ ਜਿਹੜੇ ਭਾਈ ਗੁਰਮੁਖ ਹਨ ਉਹ ਅਸਲੀ ਵੈਰਾਗਵਾਨ ਹਨ। ਸਹਜੇ ਮਾਤਾ ਸਦਾ ਰੰਗ ਰਾਤਾ। ਉਹ ਸੁਤੇ ਹੀ ਵਾਹਿਗੁਰੂ ਦੇ ਪ੍ਰੇਮ ਦੇ ਆਨੰਦ ਵਿੱਚ ਮਸਤ ਹਨ ਤੇ ਸਦਾ ਹੀ ਵਾਹਿਗੁਰੂ ਦੇ ਰੰਗ ਆਨੰਦ ਨੂੰ ਮਾਣਦੇ ਹਨ। ਐਸਾ ਰੰਗ ਉਹਨਾਂ ਨੂੰ ਭਗਤੀ ਦਾ ਚੜਿਆ ਹੋਇਆ ਹੈ, ਲੱਗਾ ਹੋਇਆ ਹੈ। ਸਾਚੇ ਕੇ ਗੁਣ ਗਾਵੇ। ਸੱਚੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਆ। ਵਿਰਕਤ ਸ਼੍ਰੋਮਣੀ ਮਹਾਂਪੁਰਖ ਸੰਤ ਬਾਬਾ ਨਿੱਕਾ ਸਿੰਘ ਜੀ ਉਹ ਕਿਹਾ ਕਰਦੇ ਸਨ, ਕਹਿੰਦੇ ਜਿਹੜਾ ਭਾਈ ਮੜੀਆਂ ਮਸਾਣੀਆਂ ਦੀ ਉਪਾਸਨਾ ਕਰਦਾ ਨਾ ਬੰਦਾ, ਉਹ ਫਿਰ ਮੜੀਆਂ ਜੋਗਾ ਹੀ ਰਹਿ ਜਾਂਦਾ, ਮਸਾਣ ਭੂਮਿਕਾ ਜੋਗਾ ਹੀ ਰਹਿ ਜਾਂਦਾ, ਭੂਤਨਾ ਹੀ ਬਣ ਜਾਂਦਾ। ਉਹ ਫਿਰ ਉੱਥੋਂ ਨਹੀਂ ਕਦੇ ਨਿਕਲ ਸਕਦਾ, ਬਾਰ-ਬਾਰ ਭਟਕਦਾ ਹੋਇਆ ਉੱਥੇ ਹੀ ਗੇੜੇ ਕੱਢੀ ਜਾਂਦਾ, ਆਪ ਵੀ ਦੁਖੀ, ਦੂਜਿਆਂ ਨੂੰ ਵੀ ਦੁਖੀ ਕਰਦਾ। ਤੇ ਅਸਲੀ ਜਿਹੜਾ ਬਈ ਗੁਰੂ ਦਾ ਪਿਆਰਾ ਹੈ, ਅਸਲੀ ਵੈਰਾਗਵਾਨ ਉਹ ਹੈ ਜਿਹਨੇ ਸਦਾ ਹੀ ਗੁਣਾਂ ਨੂੰ ਗਾਇਆ ਹੈ। ਮਨੁਆ ਪੌਣ ਬਿੰਦ ਸੁਖ ਵਾਸੀ। ਇਹ ਮਨ ਜਿਹੜਾ ਮਨੁਆ ਮਨ ਹੈ ਨਾ, ਇਹ ਪੌਣ ਹਵਾ ਨਾਲੋਂ ਵੀ ਤੀਬਰ ਗਤੀ ਹੈ ਇਹਦੀ, ਇੰਨਾ ਚੰਚਲ ਹੈ। ਬਿੰਦ ਮਾਤਰ ਵੀ ਇਹ ਸੁਖੀ ਨਹੀਂ। ਸੁਖਵਾਸੀ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਜੋੜ ਕੇ ਸੁਖ ਦਾ ਨਿਵਾਸ ਨਹੀਂ ਪ੍ਰਾਪਤ ਕਰਦਾ, ਭਟਕਦਾ ਹੀ ਰਹਿੰਦਾ ਹੈ। ਨਾਮ ਵਸੈ ਸੁਖ ਭਾਈ। ਆਏ ਮਨ ਨੂੰ ਵੀ ਤਾਂ ਸੁਖਵਾਸੀ ਦੇਸ਼ ਦਾ ਵਾਸੀ ਤਾਂ ਬਣੇਗਾ ਜੇ ਭਾਈ ਇਹਦੇ ਅੰਦਰ ਨਾਮ ਵਸ ਜਾਏਗਾ, ਭਾਵਨਾ ਗੁਰੂ ਦੀ ਮਨ ਦੇ ਵਿੱਚ ਭਾਈ ਪੈਦਾ ਹੋ ਜਾਏਗੀ, ਫਿਰ ਇਹਨੂੰ ਆਤਮਿਕ ਆਨੰਦ ਦਾ ਸੁਖ ਪ੍ਰਾਪਤ ਹੋ ਜਾਏਗਾ। ਔਰ ਪੌਣ ਦੀ ਨਿਆਈ ਜਿਹੜਾ ਭਟਕਦਾ ਫਿਰਦਾ ਨਾ, ਇਹਨੂੰ ਫਿਰ ਸਦਾ ਦੀ ਸ਼ਾਂਤੀ ਤ੍ਰਿਪਤੀ ਹੋ ਜਾਏਗੀ। ਜਿਹਬਾ ਨੇਤਰ ਸੋਤਰ ਸੱਚ ਰਾਤੇ। ਇਹਨਾਂ ਦੀ ਜਿਹਵਾ ਜ਼ੁਬਾਨ ਵਾਹਿਗੁਰੂ ਦੇ ਨਾਮ ਜਪਣ ਵਿੱਚ, ਨੇਤਰ ਸੰਗਤ ਦੇ ਦਰਸ਼ਨ ਕਰਨ ਵਿੱਚ, ਸਰੋਤਰ ਕੰਨ ਸੁਣਨ ਦੇ ਵਿੱਚ, ਹਰੀ ਜਸ ਕੀਰਤਨ ਕਥਾ ਸੁਣਨ ਵਿੱਚ,
ਸੱਚੇ ਪ੍ਰੇਮ ਦੇ ਵਿੱਚ ਰੰਗੇ ਹੋਏ, ਲੱਗੇ ਹੋਏ ਆ, ਜੁੜੇ ਹੋਏ ਆ। ਜਲ ਬੂਝੀ ਤੁਝੈ ਬੁਝਾਈ। ਮਹਾਰਾਜ ਉਹਨਾਂ ਦੀ ਜਿਹੜੀ ਅੰਦਰ ਈਰਖਾ ਦੀ ਅੱਗ ਜਲ ਰਹੀ ਸੀ, ਤ੍ਰਿਸ਼ਨਾ ਦੀ ਅੱਗ ਜਿਨ੍ਹਾਂ ਦੇ ਅੰਦਰ ਜਲ ਰਹੀ ਸੀ, ਉਹਦੇ ਉੱਤੇ ਨਾਮ ਦਾ ਸੀਤਲ ਰੂਪ ਜਲ ਪਾ ਕੇ ਤੁਸੀਂ ਉਹਨੂੰ ਬੁਝਾ ਦਿੱਤਾ, ਮੇਟ ਦਿੱਤਾ ਹੈ। ਉਹ ਬੁਝ ਗਈ ਹੈ, ਸੀਤਲ ਹੋ ਗਈ ਹੈ। ਆਸ ਨਿਰਾਸ ਰਹਿ ਬੈਰਾਗੀ। ਅਸਲੀ ਵੈਰਾਗਵਾਨ ਕੌਣ ਹੈ? ਜਿਹੜਾ ਆਸਾ ਦਰਾਇਆ ਘਰਾਂ ਵਿੱਚ ਜਾ ਕੇ ਦਰ ਦਰ ਮੰਗਦੇ, ਉਹ ਵੈਰਾਗੀ ਨਹੀਂ। ਜਿਨ੍ਹਾਂ ਨੂੰ ਨਾਮ ਦੁਆਰਾ ਰੱਜ ਆ ਗਿਆ, ਸੰਤੋਖ ਆ ਗਿਆ, ਨਾਮ ਦੀ ਭਿੱਖਿਆ ਜਿਨ੍ਹਾਂ ਨੇ ਪ੍ਰਾਪਤ ਕਰ ਲਈ ਹੈ ਸਤਿਗੁਰੂ ਦੇ ਦਰ ਤੋਂ, ਪੰਜਾਂ ਪਿਆਰਿਆਂ ਦੁਆਰਾ। ਅੰਮ੍ਰਿਤ ਸਹਿਜ ਪੀ ਆਈ। ਉਹ ਅੰਮ੍ਰਿਤ ਰੂਪ ਨਾਮ ਦੇ ਰਸ ਨੂੰ, ਆਨੰਦ ਨੂੰ ਆਪ ਪੀਂਦੇ ਆ ਤੇ ਦੂਜਿਆਂ ਨੂੰ ਪਿਆਉਂਦੇ ਆ। ਆਪ ਜਪਦੇ ਆ, ਦੂਜਿਆਂ ਨੂੰ ਜਪਾਉਂਦੇ ਹਨ ਸੁਤੇ। ਦੁਬਿਧਾ ਵਿੱਚ ਬੈਰਾਗ ਨਾ ਹੋਵੀ। ਦੁਬਿਧਾ ਦੇ ਵਿੱਚ ਕਦੇ ਬੈਰਾਗ ਨਹੀਂ ਮਨ ਵਿੱਚ ਹੁੰਦਾ। ਜਿਹੜਾ ਦੁਬਿਧਾ ਦੇ ਵਿੱਚ ਪਿਆ ਬੰਦਾ, ਉਹ ਵੈਰਾਗਵਾਨ ਨਹੀਂ ਕਹੀਦਾ। ਜਬ ਲਗ ਦੂਜੀ ਰਾਈ। ਜਿੰਨਾ ਚਿਰ ਦਵੈਤ ਰਾਈ ਦੇ ਦਾਣੇ ਜਿੰਨੀ ਦਵੈਤ ਮਨ ਦੇ ਵਿੱਚ ਆ, ਉਨਾ ਚਿਰ ਵੈਰਾਗ ਨਹੀਂ ਆਏਗਾ। ਸਭ ਜਗ ਤੇਰਾ ਤੂੰ ਏਕੋ ਦਾਤਾ। ਉਹਨਾਂ ਦੀ ਦ੍ਰਿਸ਼ਟੀ ਕੀ ਹੈ ਅਸਲੀ ਵੈਰਾਗਵਾਨਾਂ ਦੀ? ਕਿ ਸਾਰਾ ਜਗ ਤੇਰਾ ਹੈ, ਤੇਰਾ ਹੀ ਸਿਰਜਿਆ, ਤੂੰ ਹੀ ਸਾਰਿਆਂ ਦਾ ਇੱਕ ਦਾਤਾ ਹੈ, ਦਾਤਾਂ ਦੇਣ ਵਾਲਾ। ਅਵਰ ਨਾ ਦੂਜਾ ਭਾਈ। ਉਹਨਾਂ ਨੂੰ ਇਹ ਗੱਲ ਭਾਉਂਦੀ ਚੰਗੀ ਨਹੀਂ ਲੱਗਦੀ ਕਿ ਵਾਹਿਗੁਰੂ ਤੋਂ ਬਿਨਾਂ ਦੂਜਾ ਉਹਦੇ ਸਦਰਸ਼ ਕੋਈ ਹੋਰ ਹੈ। ਉਹ ਇੱਕ ਵਾਹਿਗੁਰੂ ਦੇ ਵਿੱਚ ਹੀ ਆਪਣਾ ਆਸ ਭਰੋਸਾ ਰੱਖਦੇ ਆ। ਮਨ ਮੁਖ ਜੰਤ ਦੁਖ ਸਦਾ ਨਿਵਾਸੀ। ਮਨਮੁਖ ਜਿਹੜੇ ਜੀਵ ਆ, ਉਹਨਾਂ ਦਾ ਸਦਾ ਦੁੱਖਾਂ ਵਿੱਚ ਵਾਸਾ ਹੈ। ਗੁਰਮੁਖ ਦੇ ਵਡਿਆਈ। ਕੀ ਵਾਸਾ? ਜੰਮਣ ਮਰਨ ਦੇ ਵਿੱਚ, ਭਟਕਣਾ ਦੇ ਵਿੱਚ ਪਏ ਰਹਿੰਦੇ ਆ, ਨਰਕਾਂ ਵਿੱਚ ਪਏ ਰਹਿੰਦੇ ਆ। ਔਰ ਗੁਰਮੁਖਾਂ ਨੂੰ ਮਹਾਰਾਜ ਜੀ ਨੇ ਵਡਿਆਈ ਦੇ ਦਿੱਤੀ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਆਪਣਾ ਰੂਪ ਬਣਾ ਲਿਆ ਹੈ, ਆਪਣੇ ਨਾਮ ਦੀ ਵਡਿਆਈ ਦੇਤੀ ਆਪਣੇ ਚਰਨਾਂ ਨਾਲ। ਆਪਾਂ ਨੂੰ ਭਟਕਣਾ ਤੇ ਨਹੀਂ ਨਾ ਆਏ। ਆਪਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਨਾਲ ਜੁੜ ਗਏ ਨਾ। ਆਪਾਂ ਜੋ ਵੀ ਮੰਗੀਏ ਉਹਨਾਂ ਦੇ ਦਰ ਤੋਂ ਜਾ ਕੇ ਮੰਗੀਏ। ਸਾਡਾ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅ ਰਹੇ। ਪ੍ਰਲੋਕ ਦੇ ਵਿੱਚ ਵੀ ਕੋਈ ਡਰ ਭੈ ਨਹੀਂ। ਸਾਡੇ ਮਾਲਕ ਹੈ ਕਲਗੀਧਰ ਪਾਤਸ਼ਾਹ। ਇਸ ਕਰਕੇ ਸਾਨੂੰ ਇਹ ਵਡਿਆਈ, ਇਹ ਮਾਣ ਦਿੱਤਾ ਹੈ। ਆਪਣਾ ਲੜ ਪਕੜਾ ਦਿੱਤਾ ਸੱਚੇ ਪਾਤਸ਼ਾਹ ਨੇ। ਆਪਾਂ ਉਹਨਾਂ ਦਾ ਲੜ ਪਕੜ ਲਿਆ ਹੈ। ਇਹ ਗੁਰਮੁਖਾਂ ਨੂੰ ਵਡਿਆਈ ਮਾਣ ਦੇ ਦਿੱਤਾ, ਆਪਣਾ ਰੂਪ ਬਣਾਇਆ, ਆਪਣੇ ਚਰਨਾਂ ਨਾਲ ਜੋੜਿਆ ਹੈ। ਅਪਰ ਅਪਾਰ ਅਗੰਮ ਅਗੋਚਰ। ਅਪਰ ਪ੍ਰਕਿਰਤੀ ਤੋਂ ਉਰੇ ਤੇ ਪਾਰਾਵਾਰ ਤੋਂ ਰਹਿਤ, ਮਨ ਦੀ ਗਮਤਾ ਤੋਂ ਪਰੇ, ਅਗੋਚਰ ਜੋ ਇੰਦਰੀਆਂ ਦਾ ਵਿਸ਼ਾ ਹੈ ਵਾਹਿਗੁਰੂ। ਕਹਿਣਾ ਕੀਮ ਨ ਪਾਈ। ਜਿਹਦੀ ਕਹਿ ਕੇ ਕਥਨ ਕਰਕੇ ਕੀਮਤ ਨਹੀਂ ਪਾ ਕੇ ਦੱਸੀ ਜਾ ਸਕਦੀ ਕਿ ਇੰਨੀ ਕੁ ਕੀਮਤ ਦਾ ਮਾਲਕ ਹੈ। ਸੁਨ ਸਮਾਦ ਮਹਾ ਪਰਮਾਰਥ। ਪਰਮਾਰਥ ਵਾਹਿਗੁਰੂ ਦੇ ਨਾਮ ਦੇ ਵਿੱਚ ਪਰਮਾਰਥ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਇਹ ਲਕਸ਼ ਬਣਾਇਆ ਹੈ ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਹੈ, ਉਸ ਤੋਂ ਬਿਨਾਂ ਸਾਡਾ ਕੋਈ ਅਰਥ ਨਹੀਂ ਹੈ, ਸਾਡਾ ਕੋਈ ਸਵਾਰਥ ਨਹੀਂ ਹੈ। ਉਹ ਐਸੇ ਵਾਹਿਗੁਰੂ ਦੇ ਵਿੱਚ ਆਪਣੀ ਸਮਾਧੀ ਲਾ ਕਰਕੇ, ਬਿਰਤੀ ਲਾ ਕਰਕੇ, ਸੁਰਤ ਜੋੜ ਕਰਕੇ ਅਫੁਰ ਅਵਸਥਾ ਨੂੰ ਪ੍ਰਾਪਤ ਹੋ ਗਏ। ਅਫੁਰ ਅਵਸਥਾ ਮਨ ਵਿੱਚ ਕੋਈ ਫੁਰਨਾ ਹੀ ਨਹੀਂ ਉੱਠਦਾ। ਤੀਨ ਭਵਨ ਪਤ ਨਾਮੰ। ਤਿੰਨਾਂ ਭਵਨਾਂ ਦਾ ਮਾਲਕ ਜੋ ਪਤੀ ਵਾਹਿਗੁਰੂ, ਉਸ ਦੇ ਨਾਮ ਵਿੱਚ ਉਹਨਾਂ ਨੇ ਸਮਾਧੀ ਜੋੜ ਲਈ ਤੇ ਮਨ ਦੀਆਂ ਵਾਸ਼ਨਾਵਾਂ ਤੋਂ ਅਫੁਰ ਹੋ ਗਏ ਐ। ਮਸਤਕ ਲੇਖ ਜੀਆ ਜਗ ਜੋਨੀ। ਉਹ ਜਾਣਦੇ ਆ ਕਿ ਜੀਆਂ ਦੇ ਸਿਰਾਂ ਤੇ ਜਿਹੋ ਜੇ ਉਹਨਾਂ ਦੀ ਵਾਸ਼ਨਾ ਅਨੁਸਾਰ ਸੀ ਨਾ, ਵਾਹਿਗੁਰੂ ਨੇ ਉਹੋ ਜੇ ਲੇਖ ਲਿਖੇ ਹੋਏ ਆ, ਜਿਸ ਕਰਕੇ ਜੀਵ ਜਗਤ ਦੇ ਵਿੱਚ ਜੰਮਣ ਮਰਨ ਦੀਆਂ ਜੂਨੀਆਂ ਵਿੱਚ ਪਏ ਹੋਏ ਆ। ਸਿਰ ਸਿਰ ਲੇਖ ਸੁਹਾਮੰ। ਹਰ ਇੱਕ ਬੰਦਾ ਆਪੋ ਆਪਣੇ ਸਿਰ ਤੇ ਸੁਹਾਮੰ ਨਾਮ ਦੁੱਖਾਂ ਦਾ ਫਾਰਸੀ ਵਿੱਚ। ਇਸ ਕਰਕੇ ਦੁੱਖਾਂ ਸੁੱਖਾਂ ਦੇ ਲੇਖ ਸਿਰ ਦੇ ਉੱਤੇ ਲਿਖੇ ਹੋਏ ਹੋਣ ਕਰਕੇ ਦੁੱਖ ਸੁੱਖ ਨੂੰ ਭੋਗਦਾ ਫਿਰਦਾ ਹੈ ਜੀਵ ਜੂਨੀਆਂ ਦੇ ਵਿੱਚ ਵੀ, ਤੇ ਵਾਸ਼ਨਾ ਦਾ ਮਾਰਿਆ ਵੀ ਜੀਵ ਭਟਕਦਾ ਹੈ। ਕਰਮ ਸੁਕਰਮ ਕਰਾਏ ਆਪੇ। ਸੰਸਾਰ ਦੇ ਵਿੱਚ ਕਰਮ ਕਰਦਿਆਂ ਸ੍ਰੇਸ਼ਟ ਕਰਮ ਕਰਨੇ, ਭਾਵ ਕਰਮਾਂ ਦੇ ਵਿੱਚੋਂ ਇੱਕ ਤਾਂ ਕਰਮ ਕਰਦਾ ਸਹਿਤ ਵਾਸ਼ਨਾ ਦੇ, ਇੱਕ ਕਰਦਾ ਨਿਸ਼ਕਾਮ। ਜਿਨ੍ਹਾਂ ਨੇ ਸਹਿਤ ਵਾਸ਼ਨਾ ਦੇ ਕਰਮਾਂ ਨੂੰ ਤਿਆਗ ਕੇ
श्रेष्ठ निष्काम कर्म कीते है, वो मन विच निष्काम कर्म करन दा हंकार नहीं करते। उन्हां दी इन्नी निमरता है, ऐसा वैराग उन्हां दे हिरदे च है कि शुभ गुण जिहड़े करवा रहा, साधन करवा रहा, सेवा करा रहा, नाम जपा रहा, ये वाहिगुरू आपे मेरे तो कृपा करके मेरा भला करन वास्ते करा रहा। ऐसी उन्हां दे मन विच रंचक भी हौमै नहीं है, इन्नी निमरता वाले है। आपे भगत दृढ़ाम, ये आपे वाहिगुरू ने भगती अपने दर दी मैनू दृढ़ कराई है, पक्की करा देती है, भुलदी नहीं है। श्वास ग्रास मन मुख झूठ लह पै मान, ਜਿਹੜੇ ਮਨਮੁਖ ਹੈ ਭਾਈ, ਉਹਨਾਂ ਨੂੰ ਵਿਦਿਆ ਦੀ, ਔਗਣਾਂ ਦੀ, ਵਿਸ਼ਿਆਂ ਦੀ ਝੂਠ ਉਹਨਾਂ ਦੇ ਉੱਤੇ ਲੱਗੀ ਹੋਈ ਹੈ। ਜੰਮਣ ਮਰਨ ਦਾ ਭੈ ਜਿਹੜਾ ਹੈ, ਇਹਦੀ ਸਾਰੀ ਝੂਠ ਇਹਨਾਂ ਦੇ ਉੱਤੇ ਲੱਗੀ ਹੋਈ ਹੈ। आपे ज्ञान अगाम, ਜੋ ਅਗੰਮ ਵਾਹਿਗੁਰੂ ਪਰਮੇਸ਼ਰ ਹੈ, ਉਸ ਦਾ ਗਿਆਨ ਸਰੂਪ ਜਿਨ੍ਹਾਂ ਨੇ ਉਸ ਨੂੰ ਪ੍ਰਾਪਤ ਕਰ ਲਿਆ, ਉਹ ਮਨਮੁਖਤਾ ਵਾਲੀ ਵਿਦਿਆ ਦੀ ਝੂਠ ਉਹਨਾਂ ਤੇ ਨਹੀਂ ਲੱਗਦੀ ਹੈ। जिन चाख्या सेई साध जानन, ਜਿਨ੍ਹਾਂ ਨੇ ਇਸ ਵਾਹਿਗੁਰੂ ਦੇ ਮਿਲਾਪ ਦੇ ਬ੍ਰਹਮਾਨੰਦ ਦੇ ਰਸ ਨੂੰ ਚੱਖ ਲਿਆ ਹੈ, ਖਾ ਲਿਆ, ਉਸ ਦੇ ਆਨੰਦ ਨੂੰ, ਸਵਾਦ ਨੂੰ ਉਹੀ ਜਾਣਦੇ ਆ। जो गुंगे मिठाई, ਜਿਵੇਂ ਗੁੰਗਾ ਬੰਦਾ ਮਠਿਆਈ ਖਾ ਕੇ ਉਹਦਾ ਸਵਾਦ ਬੋਲ ਕੇ ਨਹੀਂ ਦੱਸ ਸਕਦਾ, ਪਰ ਉਹਦੀ ਚਿਹਰੇ ਦੀ ਖੜਾਵਟ ਦੱਸ ਦਿੰਦੀ ਹੈ ਕਿ ਇਹਨੂੰ ਬੜਾ ਆਨੰਦ ਆਇਆ। ਇਉਂ ਜਿਹੜੇ ਗੁਰਮੁਖ ਹੈ, ਉਹਨਾਂ ਤੇ ਐਸੀ ਅਵਸਥਾ ਹੁੰਦੀ ਆ, ਭਾਵੇਂ ਮੂੰਹੋਂ ਬੋਲ ਕੇ ਨਹੀਂ ਦੱਸਦੇ, ਪਰ ਉਹਨਾਂ ਦੇ ਹਿਰਦੇ ਦੇ ਵਿੱਚ ਜਿਹੜੀ ਨਿਰਖੋਭਤਾ ਹੈ, ਨਿਰਵੈਰਤਾ ਹੈ, ਨਿਰਵਕਾਰ ਜੀਵਨ ਹੈ, ਇਹ ਗੁਣ ਦੱਸ ਦਿੰਦੇ ਆ ਕਿ ਵਾਹਿਗੁਰੂ ਨੂੰ ਮਿਲੀ ਹੋਈ ਆਤਮਾ ਹੈ। ਜਿਹਦੇ ਦਰਸ਼ਨ ਕਰਕੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ, ਮਨ ਕੀ ਕਟਿਆ ਮੈਲ ਸਾਧ ਸੰਗ ਉਠਿਆ। ਉਹ ਭਾਈ ਉਹਨਾਂ ਦੇ ਦਰਸ਼ਨ, ਜਿਵੇਂ ਧੰਨ ਬਾਬਾ ਵਿਧੀ ਚੰਦ ਜੀ ਦੇ ਸੁੰਦਰ ਸ਼ਾਹ ਨੇ ਦਰਸ਼ਨ ਕੀਤੇ, ਇੱਕਦਮ ਤਪਿਆ ਮਨ ਸੀਤਲ ਹੋ ਗਿਆ। ਇਹ ਭਾਈ ਐਸੀ ਉਹਨਾਂ ਦੀ ਕਰਨੀ ਤੋਂ ਫਿਰ ਪਤਾ ਲੱਗ ਜਾਂਦਾ ਕਿ ਅਸਲੀ ਰਸ, ਅਸਲੀ ਸਵਾਦ, ਅਸਲੀ ਆਨੰਦ ਇਹਨਾਂ ਨੇ ਚੱਖ ਲਿਆ ਵਾਹਿਗੁਰੂ ਦੇ ਨਾਮ ਦਾ ਤੇ ਪ੍ਰਾਪਤੀ ਦਾ। अकथा का क्या कथिया भाई, ਅਕਥ ਸਰੂਪ ਵਾਹਿਗੁਰੂ ਦਾ ਕੀ ਕਥਨ ਕਰਕੇ ਦੱਸਿਆ ਜਾ ਸਕਦਾ ਹੈ ਸ਼ਕਤੀ ਬਿਰਤੀ ਦੁਆਰਾ। चालो सदा रजाई, ਉਹ ਤਾਂ ਸਦਾ ਉਹਦੀ ਰਜਾ ਵਿੱਚ, ਭੈ ਵਿੱਚ ਚੱਲਦੇ ਆ, ਹੁਕਮ ਵਿੱਚ। गुरदाता मेले ता मत होवे, ਗੁਰੂ ਸਾਹਿਬ ਨਾਮ ਦੇ ਦਾਤੇ ਹੋ ਕੇ ਜਦੋਂ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ, ਤਾਂ ਇਹ ਮਤ ਆਤਮ ਨਿਸ਼ਾਨੀ ਵਾਹਿਗੁਰੂ ਦੀ ਪ੍ਰਾਪਤੀ ਵਾਲੀ ਬਣਦੀ ਹੈ, ਹੁੰਦੀ ਹੈ। निगुरे मत न काई, ਨਗੁਰੇ ਬੰਦੇ ਨੂੰ ਇਹ ਦਾਤ ਸੁਭਮਤੀ ਦੀ, ਗੁਰਸਿੱਖੀ ਦੀ ਨਹੀਂ ਪ੍ਰਾਪਤ ਹੁੰਦੀ ਕੋਈ ਵੀ, ਕਦੇ ਵੀ। जो चलाए त्यो चल है भाई, ਇਹ ਭਾਈ ਉਹ ਵਾਹਿਗੁਰੂ ਦੇ ਪਿਆਰੇ ਐਸੀ ਰਜਾ ਵਿੱਚ ਰਹਿੰਦੇ ਆ ਕਿ ਜਿਵੇਂ ਵਾਹਿਗੁਰੂ ਚਲਾ ਰਿਹਾ, ਉਵੇਂ ਉਹਦੇ ਭੈ ਵਿੱਚ ਚੱਲਦੇ, ਦੁੱਖ ਆਉਣ ਤੋਂ ਵੀ ਵਾਹਿਗੁਰੂ ਦੀ ਰਜਾ ਮੰਨਦੇ ਆ। और क्या को करे चतुराई, ਵਾਹਿਗੁਰੂ ਦੇ ਅੱਗੇ ਹੋਰ ਕੋਈ ਕੀ ਚਤੁਰਾਈ, ਛਲ ਬਲ ਕਰ ਸਕਦਾ, ਨਹੀਂ ਕਰ ਸਕਦਾ ਹੈ। एक भरम भुलाए एक भगती राते, ਉਹਨਾਂ ਦੀ ਤਾਂ ਦ੍ਰਿਸ਼ਟੀ ਇਹ ਹੈ, ਮਨਮੁਖਾਂ ਵੱਲ ਦੇਖ ਕੇ ਵੀ ਉਹ ਨਫ਼ਰਤ ਨਹੀਂ ਕਰਦੇ ਵੀ ਇਹ ਮਨਮੁਖ ਹੈ। ਥੋੜੀ ਜੀ ਬਾਣੀ ਪੜ੍ਹਨ ਲੱਗ ਜਾਓ, ਸਿੱਖੀ ਕਮਾਉਣ ਲੱਗ ਜਾਓ, ਦੂਜਿਆਂ ਨੂੰ ਅੱਖਾਂ ਥੱਲੇ ਨਹੀਂ ਲਿਆਉਣਾ। ਐਸੇ ਜੇ ਖਿਆਲ ਹੈ ਮਨ ਵਿੱਚ, ਫਿਰ ਤੁਸੀਂ ਮਨਮੁਖ ਨਾਲੋਂ ਘੱਟ ਨਹੀਂ, ਤੁਹਾਡੇ ਉੱਤੇ ਵੀ ਮਨਮੁਖਤਾ ਹੀ ਭਾਰੀ ਹੈ, ਬਹੁਤੀ ਭਾਰੂ ਹੈ ਸਮਾਂ ਦੂਜਿਆਂ ਨਾਲ। ਗੁਰਮੁਖ ਕੀ ਸਮਝਦਾ ਹੈ ਕਿ ਜਿਹੜੇ ਭਰਮ ਵਿੱਚ ਪੈ ਕੇ ਭੁੱਲ ਗਏ ਪਰਮੇਸ਼ਰ ਨੂੰ, ਉਹ ਇਹ ਸਮਝਦੇ ਆ ਕਿ ਵਾਹਿਗੁਰੂ ਇਹਨਾਂ ਦੇ ਕਰਮ ਹੈ, ਮਾੜੇ ਕਰਮਾਂ ਕਰਕੇ ਤੈਨੂੰ ਭੁੱਲ ਗਏ, ਇਹ ਭਰਮ ਦਾ, ਅਗਿਆਨ ਦਾ ਸ਼ਿਕਾਰ ਹੋ ਗਏ, ਤੇਰੇ ਤੋਂ ਦੂਰ ਹੋ ਗਏ ਆ, ਇਹਨਾਂ ਵਿਚਾਰਿਆਂ ਦੇ ਵਸ ਵਿੱਚ ਨਹੀਂ ਹੈ। तेरा खेल अपारा, ਇੱਕ ਭਗਤੀ ਵਿੱਚ ਰੰਗੇ ਪਏ, ਅੱਠੇ ਪਹਿਰ ਨਾਮ ਜਪਦੇ, ਕਹਿੰਦੇ ਇਹ ਵੀ ਤੇਰੀ ਕਿਰਪਾ ਹੋਈ ਹੈ ਨਾ ਉੱਤੇ, ਇਹ ਤੇਰਾ ਹੀ ਪਾਰਾਵਾਰ ਤੋਂ ਰਹਿਤ ਖੇਡ ਕੌਤਕ ਹੈ ਵਾਹਿਗੁਰੂ ਪਰਮੇਸ਼ਰ। ਜਿਨ੍ਹਾਂ ਨੂੰ ਤੂੰ ਤਾਰਨਾ, ਉਹਨਾਂ ਨੂੰ ਭਗਤੀ ਦੇ ਵਿੱਚ ਰੰਗ ਦਿੱਤਾ, ਤੇ ਦੂਜੇ ਵੀ ਅਗਿਆਨ ਵਿੱਚ, ਭਰਮ ਵਿੱਚ ਭੁੱਲ ਕੇ ਭਟਕਦੇ ਫਿਰਦੇ ਹਨ। जित तुद लाए तेहा फल पाया, ਕਿਉਂ ਜਿੱਧਰ ਵਾਹਿਗੁਰੂ ਪਰਮੇਸ਼ਰ ਇਹਨਾਂ ਜੀਵਾਂ ਦੀ ਪਰਾਰਬਧ ਨੇ ਜੀਵਾਂ ਨੂੰ ਲਾਇਆ, ਉਹੋ ਜਿਹਾ ਜੀਵ ਫਲ
ਜੀਵਨ ਦੇ ਵਿੱਚ ਪ੍ਰਾਪਤ ਕਰਦੇ ਭੋਗਦੇ ਆ। ਤੂੰ ਹੁਕਮ ਚਲਾਵਣ ਪਿੰਡ ਸਰੀਰ ਵਾਹਿਗੁਰੂ ਤੇਰਾ ਹੀ ਦਿੱਤਾ ਨਾ। ਜੇ ਤੂੰ ਦੰਦਾ ਨਾ ਤਾਂ 2 ਕੌਲੇ ਨਹੀਂ ਮਾਂਜੇ ਜਾਣੇ ਸੀ। ਜੇ ਤੂੰ ਸਰੀਰ ਨਾ ਦੰਦਾ, ਹੱਥ ਨਾ ਦੰਦਾ ਤਾਂ ਇੱਥੇ ਝਾੜੂ ਨਹੀਂ ਦਿੱਤਾ ਜਾਣਾ ਸੀ, ਜੋੜੇ ਨਹੀਂ ਸਾਫ਼ ਕੀਤੇ ਜਾਣੇ ਸੀ। ਇਸ ਕਰਕੇ ਸੇਵਾ ਕਰੀ ਜੇ ਕੁਛ ਹੋਵੇ ਆਪਣਾ, ਉਹ ਇਹ ਭਾਵਨਾ ਰੱਖਦੇ ਵੀ ਆਪਣਾ ਤਾਂ ਕੁਝ ਹੈ ਹੀ ਨਹੀਂ। ਜੇ ਆਪਣਾ ਕੁਝ ਹੋਵੇ ਤਾਂ ਮੇਰ ਰੱਖੀਏ ਵੀ ਸੇਵਾ ਮੈਂ ਕੀਤੀ ਹੈ। ਮਹਾਰਾਜ ਜ਼ਿੰਦਗੀ ਵੀ ਪਿੰਡ ਵੀ ਤੇਰਾ ਹੀ ਹੈ, ਤੂੰ ਹੀ ਸੇਵਾ ਕਰਾ ਰਿਹਾ ਹੈ, ਐਸੀ ਸ਼ੁੱਧ ਭਾਵਨਾ ਹੈ। ਸਤਿਗੁਰ ਮਿਲਿਆ ਕਿਰਪਾ ਕੀਨੀ। ਉਹਨਾਂ ਨੂੰ ਪੂਰੇ ਸਤਿਗੁਰੂ ਮਿਲੇ ਜਿਨ੍ਹਾਂ ਦੀ ਐਸੀ ਨਿਮਰਤਾ ਵਾਲੀ ਬਿਰਤੀ ਬਣ ਗਈ ਹੈ, ਅਵਸਥਾ ਬਣ ਗਈ ਹੈ, ਔਰ ਉਹਨਾਂ ਤੇ ਕਿਰਪਾ ਕੀਤੀ ਹੈ ਪੂਰੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ। ਅੰਮ੍ਰਿਤ ਨਾਮ ਆਧਾਰਾ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਨਾਮ ਦਾ ਆਸਰਾ ਬਖਸ਼ ਦਿੱਤਾ ਲੋਕ ਪ੍ਰਲੋਕ ਦੇ ਵਿੱਚ। ਗਗਨੰਤਰ ਵਾਸਿਆ ਗੁਣ ਪਰਗਾਸਿਆ। ਗਗਨ ਆਕਾਸ਼ ਦੇ ਵਿੱਚ ਜੋ ਵਿਆਪਕ ਰੂਪ ਹੋ ਕਰਕੇ ਵਾਹਿਗੁਰੂ ਵਸਦਾ ਹੈ, ਉਹਦਾ ਗੁਣ, ਉਹਦੀਆਂ ਬਖਸ਼ਿਸ਼ਾਂ ਉਹਨਾਂ ਦੇ ਹਿਰਦੇ ਵਿੱਚ ਹੀ ਪ੍ਰਗਟ ਹੁੰਦੀਆਂ ਹਨ। ਗੁਣ ਮਹਿ ਗਿਆਨ ਧਿਆਨ। ਜੇ ਵਾਹਿਗੁਰੂ ਦੇ ਸ਼ੁਭ ਗੁਣਾਂ ਦੇ ਗਿਆਨ ਨੂੰ ਪ੍ਰਾਪਤ ਕਰਕੇ ਸਤਿਗੁਰਾਂ ਦੁਆਰਾ ਉਹਦੇ ਧਿਆਨ ਵਿੱਚ ਸਰਗੁਣ ਸਰੂਪ ਦੇ ਗੁਣਾਂ ਨੂੰ ਪ੍ਰਾਪਤ ਕਰਕੇ ਨਿਰਾਕਾਰ ਦੇ ਧਿਆਨ ਵਿੱਚ ਉਹ ਲੱਗੇ ਹੋਏ ਹਨ ਵਿਆਪਕ ਰੂਪ ਦੇ ਵਿੱਚ। ਇਹ ਗੁਣ ਉਹਨਾਂ ਦੇ ਅੰਦਰ ਪ੍ਰਗਟ ਕਰ ਦਿੱਤਾ ਵਾਹਿਗੁਰੂ ਨੇ ਕਿ ਜਰੇ ਜਰੇ ਵਿੱਚ ਆਕਾਸ਼ ਦੀ ਨਿਆਈ ਵਿਆਪਕ ਜਿਵੇਂ ਆਕਾਸ਼ ਉਵੇਂ ਵਾਹਿਗੁਰੂ ਨੂੰ ਤੱਕਦੇ ਆ। ਐਸਾ ਹੀ ਗਿਆਨ, ਐਸਾ ਹੀ ਧਿਆਨ ਹੈ ਉਹਨਾਂ ਦਾ। ਨਾਮ ਮਨ ਭਾਵੈ ਕਹੈ ਕਹਾਵੈ। ਨਾਮ ਹੀ ਉਹਨਾਂ ਨੂੰ ਵਾਹਿਗੁਰੂ ਦਾ ਭਾਉਂਦਾ ਚੰਗਾ ਲੱਗਦਾ। ਨਾਮ ਦਾ ਹੀ ਉਪਦੇਸ਼ ਕਹਿੰਦੇ ਆ, ਦੂਜਿਆਂ ਤੋਂ ਕਹਾਉਂਦੇ ਆ, ਜਪਾਉਂਦੇ ਆ। ਤਤੋ ਤਤ ਬਖਾਨ। ਤਤ ਸਰੂਪ ਜੋ ਵਾਹਿਗੁਰੂ ਪਰਮੇਸ਼ਰ ਆ ਉਸੇ ਦਾ ਹੀ ਵਿਖਿਆਨ ਕਥਨ ਕਰਦੇ ਹਨ। ਕਿਹੜਾ ਵਿਖਿਆਨ? ਜੋ ਤਤ ਸਰੂਪ ਦਾ ਗਿਆਨ ਹੈ। ਤਤ ਕਥਨੰ ਤਤ ਚਿੰਤਨੰ ਅੰਨਿਓ ਅਨ ਜਨੰਤੀ। ਵਾਹਿਗੁਰੂ ਦੇ ਗਿਆਨ ਦਾ ਹੀ ਕਥਨ ਕਰਦੇ ਹਨ ਜੋ ਤਤ ਸਰੂਪ ਹੈ, ਅਸਲੀ ਸਾਰ ਰੂਪ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਉਹ ਵਾਹਿਗੁਰੂ ਪਰਮੇਸ਼ਰ ਗਹਿਰ ਨਿਰਹਲ ਹੈ, ਗੰਭੀਰਾ ਡੂੰਘੇ ਤੋਂ ਡੂੰਘਾ ਹੈ। ਐਸਾ ਜੋ ਸ਼ਬਦ ਵਾਹਿਗੁਰੂ ਪਰਮੇਸ਼ਰ ਹੈ, ਉਹ ਵਾਹਿਗੁਰੂ ਸਾਰਿਆਂ ਦਾ ਗੁਰੂ ਹੈ, ਸਾਰਿਆਂ ਦਾ ਪੂਜਨੀਕ ਹੈ। ਔਰ ਸ਼ਬਦ ਸਰੂਪ ਦੇ ਵਿੱਚ ਹੀ ਸ਼ਬਦ ਹੀ ਹਿੰਦੂਆਂ ਦਾ ਗੁਰੂ ਹੈ, ਮੁਸਲਮਾਨਾਂ ਦਾ ਪੀਰ ਹੈ। ਐਸਾ ਜਿਹੜਾ ਗੁਰ ਸ਼ਬਦ ਹੈ, ਇਹੀ ਭਾਈ ਸ਼ਬਦ ਗੁਰ ਪੀਰਾ ਹੈ। ਸ਼ਬਦ ਦੁਨੀਆ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿੰਨੇ ਰਿਸ਼ੀ ਮੁਨੀ ਅਵਤਾਰ ਹੋਏ ਸਾਰਿਆਂ ਨੇ ਦੇਹ ਨੂੰ ਗੁਰੂ ਮੰਨਿਆ, ਪਰ ਸ਼ਬਦ ਨੂੰ ਗੁਰੂ ਨਾਨਕ ਸਾਹਿਬ ਨੇ ਮੰਨਿਆ ਤੇ ਮੰਨਣ ਦਾ ਉਪਦੇਸ਼ ਦਿੱਤਾ ਗੁਰ ਸ਼ਬਦ ਨੂੰ। ਇਸ ਕਰਕੇ ਭਾਈ ਸ਼ਬਦ ਗੁਰੂ ਰੂਪ ਹੈ, ਸ਼ਬਦ ਹੀ ਪੀਰ ਪੂਜਨੀਕ ਹੈ। ਸ਼ਬਦ ਹੀ ਗੰਭੀਰ ਨਿਰਹਲ ਹੈ, ਗਹਿਰ ਨਿਰਹਲ ਹੈ, ਗੰਭੀਰ ਡੂੰਘੇ ਤੋਂ ਡੂੰਘਾ, ਉੱਚੀ ਤੋਂ ਉੱਚੀ ਪਦਵੀ ਨੂੰ ਬਖਸ਼ਣ ਵਾਲਾ ਹੈ। ਤੇ ਮਨ ਦੀ ਜਿਹੜੀ ਹਾਲਤ ਭਟਕਦੀ ਹੈ, ਹਿੱਲਦਾ ਹੈ, ਭਟਕਦਾ, ਇਸ ਨੂੰ ਨਿਰਹਲਤਾ ਦੇਣ ਵਾਲਾ ਹੈ, ਟਿਕਾ ਦੇਣ ਵਾਲਾ ਹੈ। ਇਸ ਕਰਕੇ ਕਲਯੁਗ ਦੇ ਵਿੱਚ ਸ਼ਬਦ ਹੀ ਗੁਰੂ ਪੀਰ ਹੈ ਸਾਡਾ। ਬਿਨ ਸ਼ਬਦ ਜਗ ਬੌਰਾਨ। ਸ਼ਬਦ ਤੋਂ ਬਿਨਾਂ ਸੰਸਾਰ ਬੌਲਿਆਂ ਝੱਲਿਆਂ ਦੀ ਤਰ੍ਹਾਂ ਭਟਕਦਾ ਫਿਰਦਾ ਹੈ। ਕੋਈ ਕਹਿੰਦਾ ਮੈਥੋਂ ਸ਼ਬਦ ਲੈ ਲੈ, ਕੋਈ ਮੈਥੋਂ ਲੈ ਲੈ, ਪਰ ਸਤਿਗੁਰੂ ਨੇ ਇਹ ਰੀਤ ਨਹੀਂ ਦ੍ਰਿੜ ਕਰਾਈ। ਪੰਜਾਂ ਪਿਆਰਿਆਂ ਨੂੰ ਇਹ ਅਧਿਕਾਰ ਦਿੱਤਾ। ਔਰ ਪੰਜ ਪਿਆਰੇ ਇਕੱਲੇ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਛਕਾ ਕੇ ਨਾਮ ਦੇ ਸਕਦੇ। ਬਿਨਾਂ ਇਸ ਸ਼ਬਦ ਤੋਂ ਸਾਰਾ ਸੰਸਾਰ ਬੌਲਾ ਝੱਲਾ ਕਮਲਾ ਸੁਦਾਈ ਹੋਇਆ। ਜਿਵੇਂ ਕਮਲਾ ਬੰਦਾ ਦੁਖੀ ਹੋਇਆ ਭਟਕਦਾ ਫਿਰਦਾ, ਕਦੇ ਇੱਧਰ ਕਦੇ ਉੱਧਰ, ਇਸ ਤਰ੍ਹਾਂ ਦੁਨੀਆ ਭਟਕਦੀ ਫਿਰਦੀ ਹੈ, ਕੰਧਾਂ ਵਿੱਚ ਟੱਕਰਾਂ ਮਾਰਦੀ ਹੈ। ਪੂਰਾ ਬੈਰਾਗੀ ਸਹਿਜ ਸੁਭਾਗੀ। ਪੂਰਾ ਵੈਰਾਗਮਾਨ ਉਹ ਹੈ ਜਿਹਦੀ ਸਹਿਜ ਸੁਤਈ ਵਾਹਿਗੁਰੂ ਦੇ ਵਿੱਚ ਬਿਰਤੀ ਲੱਗ ਗਈ ਤੇ ਜਿਹਦੀ ਸਾਰੀ ਤ੍ਰਿਸ਼ਨਾ ਭਾਗੀ ਭੱਜ ਗਈ, ਜੰਮਣ ਮਰਨ ਦਾ ਦੁੱਖ ਭੱਜ ਗਿਆ। ਉਹ ਸੁਭਾਗੀ ਜੀਵ ਪੂਰਾ ਵੈਰਾਗਵਾਨ ਵੈਰਾਗੀ ਹੈ ਸੰਤ ਜੀ। ਸਚ ਨਾਨਕ ਮਨ ਮਾਨੰ। ਕੌਣ ਹੈ ਜਿਨ੍ਹਾਂ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੱਚ ਸਰੂਪ ਵਾਹਿਗੁਰੂ ਦੇ ਵਿੱਚ ਅਕੀਦਾ ਪੂਰਾ ਮੰਨਿਆ ਗਿਆ ਔਰ ਮਨ ਕਰਕੇ ਵੀ ਉਹਨਾਂ ਨੇ ਉਸ ਨੂੰ ਪ੍ਰਵਾਨ ਕਰ ਲਿਆ, ਤਨ ਕਰਕੇ ਵੀ ਉਸੇ ਨੂੰ ਮੰਨਦੇ ਆ।
ਉਹੀ ਅਸਲ ਵੈਰਾਗਵਾਨ ਹਨ। ਸਤਿਗੁਰੂ ਮਹਾਰਾਜ ਜੀ ਨੇ ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਆ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਪੂਰਾ ਬੈਰਾਗੀ ਸਹਿਜ ਸੁਭਾਗੀ, ਸਚ ਨਾਨਕ ਮਨ ਮਾਨੰ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।